Hello, dear aspirants. I welcome you all in this beautiful platform of Barna Academy. So, as you all know, ਆਪਾਂ pronoun ਸੀ ਜਿਹੜਾ ਉਹ ਕਰ ਰਹੇ ਸੀ। ਇੰਗਲਿਸ਼ ਦੀ ਤੁਹਾਡੀ pronoun ਦੀ 4th ਕਲਾਸ ਹੈ। ਹਾਂਜੀ, ਪਿਛਲੀਆਂ 3 ਕਲਾਸਿਸ ਦੇ ਵਿੱਚ ਹੈ ਜਿਹੜਾ ਆਪਾਂ pronoun ਦੇ ਬੇਸਿਕ ਕਨਸੈਪਟ ਸੀ ਜੋ ਡਿਸਕਸ ਕੀਤੇ ਸੀ। ਆਈ ਹੋਪ ਤੁਸੀਂ ਪਿਛਲੀਆਂ ਕਲਾਸਿਸ ਚੰਗੀ ਤਰ੍ਹਾਂ ਅਟੈਂਡ ਕੀਤੀਆਂ ਹੋਣੀਆਂ ਤੇ ਤੁਹਾਨੂੰ ਕੋਈ ਡਾਊਟ ਨਹੀਂ ਹੋਣਾ। ਬਿਕਾਜ਼ ਜੇ ਤੁਹਾਨੂੰ ਕੋਈ ਡਾਊਟ ਹੁੰਦਾ ਵੀ ਹੈ ਤਾਂ ਤੁਸੀਂ ਇਹ ਜਿਹੜਾ ਕਮੈਂਟ ਬਾਕਸ ਦੇ ਵਿੱਚ ਉਹਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਤੁਹਾਡਾ ਜਿਹੜਾ ਡਾਊਟ ਹੁੰਦਾ ਹੈ ਉਹ ਆਪਾਂ ਸੋਲਵ ਕਰ ਦੇਵਾਂਗੇ। ਹਾਂਜੀ, ਤਾਂ ਅੱਜ ਹੈ ਤੁਹਾਡੀ ਪ੍ਰਣਾਮ ਦੀ 4th ਕਲਾਸ। ਅੱਜ ਫੇਰ ਆਪਾਂ ਕੀ ਕਰਨਾ ਹੈ, ਪ੍ਰਣਾਮ ਦੇ ਕੁਝ ਬੇਸਿਕ ਕਨਸੈਪਟ ਹੈ ਜਿਹੜੇ ਡਿਸਕਸ ਕਰਨੇ ਆ। ਪ੍ਰਣਾਮ ਦਾ ਜਿਹੜਾ ਟੌਪਿਕ ਹੈ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਨਾउन ਨਾਲੋਂ ਥੋੜਾ ਜਿਹਾ ਲੈਂਥੀ ਚੱਲਦਾ ਹੈ ਤੇ ਇਹਦੇ ਕੁਝ ਕੁ ਜਿਹੜੇ ਆਪਾਂ ਕਹਿ ਸਕਦੇ ਹਾਂ ਜ਼ਿਆਦਾ ਆਪਣੇ ਕੋਲੇ ਰੂਲਸ ਹੁੰਦੇ ਆ ਜੋ ਆਪਾਂ ਨੂੰ ਯਾਦ ਕਰਨੇ ਪੈਂਦੇ ਆ। ਹਾਂਜੀ, ਤਾਂ ਅੱਜ ਆਪਣੀ 4th ਕਲਾਸ ਹੈ ਤੇ ਆਪਾਂ ਅਗੇਨ ਡਿਸਕਸ ਕਰਾਂਗੇ ਕੁਝ ਬੇਸਿਕ ਕਨਸੈਪਟ ਜੋ ਕਿ ਪ੍ਰਣਾਮ ਨਾਲ ਰਿਲੇਟਡ ਨੇ। ਫਰਸਟ ਕਨਸੈਪਟ ਐਜ਼ ਯੂ ਕੈਨ ਸੀ ਔਨ ਦ ਸਕਰੀਨ, ਹਾਊ ਟੂ ਯੂਜ਼ that of or those। ਫਰਸਟ ਥਿੰਗ ਮੈਂ ਤੁਹਾਨੂੰ ਜਿਹੜੀ ਕਲੀਅਰ ਕਰਨੀ ਹੈ ਇਹਨਾਂ ਦਾ ਯੂਜ਼ ਆਪਾਂ ਕਰਾਂਗੇ ਜਦੋਂ ਕਿਸੇ ਚੀਜ਼ਾਂ ਨੂੰ ਕੰਪੇਅਰ ਕਰਨਾ ਹੋਵੇ। ਮਤਲਬ ਕੰਪੈਰੀਜ਼ਨ ਦੇ ਕੇਸ ਦੇ ਵਿੱਚ ਹੀ ਹੈ ਜਿਹੜਾ ਆਪਾਂ that of ਜਾਂ those of word ਜਿਹੜੇ ਉਹ ਯੂਜ਼ ਕਰਨੇ ਆ। ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜਾ ਆਪਣੇ ਕੋਲ that word ਹੈ ਉਹ ਯੂਜ਼ ਹੁੰਦਾ ਹੈ ਸਿੰਗੂਲਰ ਫਾਰਮ ਦੇ ਲਈ। ਸੈਕਿੰਡ ਚੀਜ਼ ਜਦੋਂ ਆਪਣੇ ਕੋਲ ਕੋਈ ਚੀਜ਼ ਦੂਰ ਦੀ ਹੋਵੇ, ਸਿੰਗੂਲਰ ਫਾਰਮ ਹੋਵੇ ਤੇ ਅਵੇ ਫਾਰ ਅਵੇ ਦੀਆਂ ਚੀਜ਼ਾਂ ਵਾਸਤੇ ਆਪਾਂ that word ਯੂਜ਼ ਕਰਦੇ ਹਾਂ। ਸੈਕਿੰਡ ਆਪਣੇ ਕੋਲ ਵਰਡ ਇੱਥੇ ਜਿਵੇਂ ਲਿਖਿਆ ਹੋਇਆ ਹੈ ਦੋਜ਼ ਦਾ ਯੂਜ਼ ਕੀਤਾ ਜਾਂਦਾ ਹੈ ਜੇ ਪਲੂਰਲ ਫਾਰਮ ਲਈ। ਸੈਕਿੰਡ ਚੀਜ਼ ਇਹ ਕੀਤਾ ਜਾਂਦਾ ਆਪਣੇ ਕੋਲੇ ਅਗੇਨ ਦੂਰ ਦੀਆਂ ਚੀਜ਼ਾਂ ਦੇ ਲਈ ਫਾਰ ਅਵੇ ਆਪਣੇ ਕੋਲੇ ਥਿੰਗਸ ਹੋਣ। ਤਾਂ ਤੁਹਾਡੇ ਕੋਲੇ ਕੁਐਸਚਨ ਹੋ ਸਕਦਾ ਕਿ ਜੇ ਆਪਣੇ ਕੋਲੇ ਨੇੜੇ ਦੀਆਂ ਚੀਜ਼ਾਂ ਹੋਣ ਤਾਂ ਆਪਾਂ ਕਿਹੜਾ ਪ੍ਰਨਾਉਨ ਯੂਜ਼ ਕਰਾਂਗੇ, ਤਾਂ ਨੇੜੇ ਦੀਆਂ ਚੀਜ਼ਾਂ ਵਾਸਤੇ ਸਿੰਗੂਲਰ ਫਾਰਮ ਦੇ ਲਈ ਆਪਾਂ ਦਿਸ ਦਾ ਯੂਜ਼ ਕਰਦੇ ਹੁੰਦੇ ਹਾਂ। ਹਾਂਜੀ, ਸਿੰਗੂਲਰ ਫਾਰਮ ਹੈ ਤੇ ਤੁਹਾਡੇ ਕੋਲੇ ਵਰਡ ਯੂਜ਼ ਹੋਊਗਾ ਦਿਸ ਦਾ। ਐਂਡ ਜੇ ਆਪਣੇ ਕੋਲੇ ਨੇੜੇ ਦੀ ਚੀਜ਼ ਹੈ ਬਟ ਤੁਸੀਂ ਯੂਜ਼ ਕਰ ਰਹੇ ਹੋ ਪਲੂਰਲ ਫਾਰਮ ਦੇ ਵਿੱਚ ਤਾਂ ਤੁਸੀਂ ਯੂਜ਼ ਕਰੋਗੇ these ਦਾ। these ਵਰਡ ਹੈ ਜਿਹੜਾ ਤੁਹਾਡੇ ਕੋਲੇ ਪਲੂਰਲ ਫਾਰਮ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਸੈਕਿੰਡ ਚੀਜ਼ ਇਹ ਯੂਜ਼ ਹੁੰਦਾ ਨੇੜੇ ਦੀ ਚੀਜ਼ਾਂ। ਹਾਂਜੀ, ਤਾਂ ਇਹ ਕੁਛ ਆਪਣੇ ਕੋਲੇ ਡੈਮੋਨਸਟ੍ਰੇਟਿਵ ਪ੍ਰਨਾਉਨ ਕੈਟਾਗਰੀ ਵਿੱਚ ਆਪਾਂ ਵਰਡ ਪੜ੍ਹੇ ਸੀ ਦਿਸ ਦੈਟ these those such। ਤਾਂ ਹੁਣ ਦਿਸ ਵਰਡ ਦਾ ਯੂਜ਼ ਕਰਦੇ ਆਪਾਂ ਨੇੜੇ ਦੀਆਂ ਚੀਜ਼ਾਂ ਵਾਸਤੇ, ਦੈਟ ਦਾ ਯੂਜ਼ ਕੀਤਾ ਜਾਂਦਾ ਦੂਰ ਦੀਆਂ ਚੀਜ਼ਾਂ ਵਾਸਤੇ। ਦਿਸ ਤੇ ਦੈਟ ਦੋਨੇ ਸਿੰਗੂਲਰ ਫਾਰਮ ਲਈ ਯੂਜ਼ ਕੀਤੇ ਜਾਂਦੇ ਆ। these ਤੇ those ਦਾ ਯੂਜ਼ ਕੀਤਾ ਜਾਂਦਾ ਪਲੂਰਲ ਫਾਰਮ ਦੇ ਲਈ ਤੇ ਜਦੋਂ ਤੁਹਾਡੇ ਕੋਲੇ ਨੇੜੇ ਦੀ ਕੋਈ ਚੀਜ਼ ਦੀ ਤੁਸੀਂ ਗੱਲ ਕਰ ਰਹੇ ਹੋ ਤੁਸੀਂ these ਦਾ ਯੂਜ਼ ਕਰ ਲੈਣਾ। ਜਦੋਂ ਦੂਰ ਦੀਆਂ ਚੀਜ਼ਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਤੁਸੀਂ those ਦਾ ਜਿਹੜਾ ਉੱਥੇ ਯੂਜ਼ ਕਰਦੇ ਹੋ। ਹੁਣ ਇੱਥੇ ਤੁਹਾਡੇ ਕੋਲੇ ਜਿਹੜੇ ਵਰਡ ਨੇ that of and those of ਹੈ। ਅੱਗੇ ਜਿਹੜਾ ਵਰਡ ਜਿਹੜਾ ਯੂਜ਼ ਕੀਤਾ ਇਹਨਾਂ ਦੇ of word ਹੈ ਜਿਹੜਾ ਉਹ ਦੱਸ ਰਿਹਾ ਵੀ ਆਪਾਂ ਇਹਨਾਂ ਨੂੰ ਕਿਹਦੇ ਵਾਸਤੇ ਯੂਜ਼ ਕਰਾਂਗੇ, ਕੰਪੈਰੀਜ਼ਨ ਦੇ ਲਈ ਯੂਜ਼ ਕਰਾਂਗੇ। ਜਦੋਂ ਤੱਕ ਤੁਹਾਡੇ ਕੋਲੇ ਸਿੰਗੂਲਰ ਚੀਜ਼ਾਂ ਨੂੰ ਕੰਪੇਅਰ ਕਰ ਰਹੇ ਤਾਂ ਤੁਸੀਂ that of ਦਾ ਯੂਜ਼ ਕਰੋਗੇ। ਮਤਲਬ ਜਿਹੜਾ that of ਹੈ ਉਹ ਸਿੰਗੂਲਰ ਫਾਰਮ ਲਈ ਯੂਜ਼ ਕੀਤਾ ਜਾਊਗਾ ਬਟ ਜੇ ਤੁਸੀਂ ਪਲੂਰਲ ਫਾਰਮ ਦੇ ਲਈ ਕੰਪੈਰੀਜ਼ਨ ਵਰਡ ਯੂਜ਼ ਕਰ ਰਹੇ ਹੋ ਤਾਂ ਤੁਸੀਂ those of ਦਾ ਯੂਜ਼ ਕਰੋਗੇ। ਹਾਂਜੀ, ਤਾਂ those of ਹੈ ਜਿਹੜਾ ਤੁਹਾਡਾ ਪਲੂਰਲ ਫਾਰਮ ਦੇ ਲਈ ਹੈ ਜਿਹੜਾ ਉਹ ਯੂਜ਼ ਕੀਤਾ ਜਾਊਗਾ। ਜੇ ਤੁਹਾਨੂੰ ਡੈਮੋਨਸਟ੍ਰੇਟਿਵ ਪ੍ਰਨਾਉਨ ਕਲੀਅਰ ਨੇ this that these those ਦਾ ਡਿਫਰੈਂਸ ਪਤਾ ਹੈ then you can easily identify ਕਿ that of ਦਾ ਯੂਜ਼ ਸਿੰਗੂਲਰ ਫਾਰਮ ਲਈ ਹੁੰਦਾ ਆਪਣੇ ਕੋਲ ਤੇ those of ਦਾ ਯੂਜ਼ ਹੈ ਜਿਹੜਾ ਆਪਣੇ ਕੋਲ ਪਲੂਰਲ ਫਾਰਮ ਦੇ ਲਈ ਆਪਾਂ ਕਰਦੇ ਹਾਂ। ਹਾਂਜੀ, ਤਾਂ ਹੁਣ ਆਪਾਂ ਇਹ ਵਾਲਾ ਕੰਸੈਪਟ ਲਾ ਕੇ ਦੇਖਾਂਗੇ ਕੁਝ ਕੁਐਸਚਨ ਕਰਕੇ ਦੇਖਾਂਗੇ ਤਾਂ ਜੋ ਆਪਾਂ ਨੂੰ ਪਤਾ ਲੱਗੇ ਕਿ ਕੰਸੈਪਟ ਹੈ ਜਿਹੜਾ ਕਿਵੇਂ ਆਪਾਂ ਆਪਣੇ ਕੁਐਸਚਨ ਨੂੰ ਸੋਲਵ ਕਰਨ ਦੇ ਲਈ ਅਪਲਾਈ ਕਰਾਂ। Okay, as you can see, two questions on the screen. First question, the climate of Punjab is better than Delhi। ਹੁਣ ਆਪਣੇ ਕੋਲ ਪਹਿਲਾਂ ਜਿਹੜਾ ਆਪਣਾ ਪਿਛਲੀ ਕਲਾਸ ਦੇ ਵਿੱਚ ਆਪਾਂ ਇੱਕ concept ਡਿਸਕਸ ਕੀਤਾ ਸੀ ਕਿ ਜਿਹੜਾ ਵੀ ਕੰਪੈਰੀਜ਼ਨ ਜਦੋਂ ਤੁਸੀਂ ਕੰਪੈਰੀਜ਼ਨ ਕਰੋਗੇ, ਜਦੋਂ ਵੀ ਕਿਸੇ ਚੀਜ਼ ਦਾ ਕੰਪੈਰੀਜ਼ਨ ਕੀਤਾ ਜਾ ਰਿਹਾ ਤਾਂ ਤੁਸੀਂ ਕੀ ਚੈੱਕ ਕਰੋਗੇ, ਉਹਨਾਂ ਦੀ ਕੈਟਾਗਰੀ ਚੈੱਕ ਕਰੋਗੇ। ਕੈਟਾਗਰੀ ਮੀਨਸ ਉਹ ਸੇਮ ਕੈਟਾਗਰੀ ਦੇ ਹੋਣੇ ਚਾਹੀਦੇ। ਕੈਟਾਗਰੀ ਜੇ ਸੇਮ ਹੈ ਫਿਰ ਹੀ ਉਹਨਾਂ ਦਾ ਕੰਪੈਰੀਜ਼ਨ ਆਪਾਂ ਕਰ ਸਕਦੇ ਹਾਂ। ਅਦਰਵਾਈਜ਼ ਤੁਸੀਂ ਜੇ ਕੈਟਾਗਰੀ ਡਿਫਰੈਂਟ ਤਾਂ ਕੰਪੈਰੀਜ਼ਨ ਨਹੀਂ ਹੋਏਗਾ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਿਆ ਕਿ ਜੇ ਤੁਸੀਂ ਪਰਸਨ ਦਾ ਕੰਪੈਰੀਜ਼ਨ ਕਰ ਤਾਂ ਤੁਸੀਂ ਉਹਨੂੰ ਪਰਸਨ ਦੇ ਨਾਲ ਹੀ ਕੰਪੇਅਰ ਕਰੋਗੇ। ਪਰਸਨ ਦਾ ਕੰਪੈਰੀਜ਼ਨ ਹਮੇਸ਼ਾ ਪਰਸਨ ਦੇ ਨਾਲ ਕੀਤਾ ਜਾਂਦਾ ਹੈ। ਜੇ ਕਿਸੇ ਥਿੰਗ ਦਾ ਕੰਪੈਰੀਜ਼ਨ ਕਰਨਾ ਹੈ ਤਾਂ ਤੁਸੀਂ ਉਹਨੂੰ ਕਿਹਦੇ ਨਾਲ ਕਰੋਗੇ, ਥਿੰਗ ਦੇ ਨਾਲ ਹੀ ਕੰਪੇਅਰ ਕਰੋਗੇ। ਪਰਸਨ ਦਾ ਕੰਪੈਰੀਜ਼ਨ ਕਿਸੇ ਥਿੰਗ ਦੇ ਨਾਲ ਨਹੀਂ ਕੀਤਾ ਜਾ ਸਕਦਾ। ਫੋਰ ਐਗਜ਼ਾਮਪਲ ਆਪਾਂ ਕਹਿ ਸਕਦੇ ਹਾਂ ਕੋਈ ਲਿਵਿੰਗ ਚੀਜ਼ ਦਾ ਜੇ ਕੰਪੈਰੀਜ਼ਨ ਕਰ ਰਹੇ ਹੋ ਤੁਸੀਂ ਤਾਂ ਉਹ ਨਾਨ ਲਿਵਿੰਗ ਚੀਜ਼ ਦੇ ਨਾਲ ਨਹੀਂ ਹੋਏਗਾ। ਨਾਨ ਲਿਵਿੰਗ ਚੀਜ਼ ਦੇ ਨਾਲ ਕੰਪੈਰੀਜ਼ਨ ਕਦੇ ਨਹੀਂ ਹੋਏਗਾ। ਲਿਵਿੰਗ ਚੀਜ਼ ਦਾ ਕੰਪੈਰੀਜ਼ਨ ਲਿਵਿੰਗ ਚੀਜ਼ ਦੇ ਨਾਲ ਹੀ ਹੋਏਗਾ ਬਟ ਜੇ ਨਾਨ ਲਿਵਿੰਗ ਚੀਜ਼ ਦਾ ਕੰਪੈਰੀਜ਼ਨ ਕਰ ਰਹੇ ਹੋ ਤਾਂ ਉਹ ਨਾਨ ਲਿਵਿੰਗ ਚੀਜ਼ ਨਾਲ ਹੋਏਗਾ। ਇੱਕ ਕਨਸੈਪਟ ਹੈ ਜਿਹੜਾ ਆਪਾਂ ਪਿਛਲੀ ਕਲਾਸ ਦੇ ਵਿੱਚ ਡਿਸਕਸ ਕੀਤਾ ਸੀ ਕਿ ਕੰਪੈਰੀਜ਼ਨ ਦੇ ਲਈ ਜਿਹੜੇ ਵਰਡ ਹੋਣਗੇ ਆਪਣੇ ਉਹਨਾਂ ਦੀ ਕੈਟਾਗਰੀ ਸੇਮ ਹੋਣੀ ਜ਼ਰੂਰੀ ਹੈ। ਦੈਟ ਇਜ਼ ਜੇ ਲਿਵਿੰਗ ਚੀਜ਼ ਦਾ ਕੰਪੈਰੀਜ਼ਨ ਕੀਤਾ ਜਾ ਰਿਹਾ ਤਾਂ ਉਹ ਲਿਵਿੰਗ ਨਾਲ ਹੀ ਹੋਏਗਾ। ਨਾਨ ਲਿਵਿੰਗ ਦਾ ਕੰਪੈਰੀਜ਼ਨ ਹੈ ਜਿਹੜਾ ਤੁਹਾਡਾ ਨਾਨ ਲਿਵਿੰਗ ਦੇ ਨਾਲ ਹੋਏਗਾ। ਹੁਣ ਆਪਣੇ ਕੋਲ ਕੁਐਸਚਨ ਕੀ ਆ ਆਪਾਂ ਕੰਪੈਰੀਜ਼ਨ
ਕੀ ਕਰਨਾ ਹੈ ਕੀ ਕਰਨਾ that of the those of the ਹਾਂਜੀ ਤਾਂ ਕੁਐਸਚਨ ਕੀ ਹੈ the climate of Punjab A part is better than B part Delhi C part and D ਤੁਹਾਡਾ part ਹੈ no error ਤੁਸੀਂ ਚੈੱਕ ਕਰਨਾ ਕਿ ਕਿਹੜੇ ਪਾਰਟ ਦੇ ਵਿੱਚ ਐਰਰ ਹੈ then you have to correct that particular part ਜਿਹਦੇ ਵਿੱਚ ਤੁਹਾਡੀ ਆਪਣੇ ਆਪਣੇ ਐਰਰ ਹੋਗੀ ਹਾਂਜੀ ਤਾਂ the climate of Punjab ਕਾਹਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਕਲਾਈਮੇਟ ਦੀ is better than ਅੱਗੇ ਵਰਡ ਜਿਹੜਾ ਤੁਹਾਡੇ ਕੋਲ ਦਿੱਤਾ ਦਿੱਲੀ ਤਾਂ ਹੁਣ ਆਪਾਂ ਕੰਪੇਅਰ ਕਿਉਂ ਕਰ ਰਹੇ ਹਾਂ ਪੰਜਾਬ ਨੂੰ ਦਿੱਲੀ ਨਾਲ ਕੰਪੇਅਰ ਕਰ ਰਹੇ ਹਾਂ ਜਾਂ ਫਿਰ ਪੰਜਾਬ ਦੇ ਕਲਾਈਮੇਟ ਨੂੰ ਦਿੱਲੀ ਨਾਲ ਕੰਪੇਅਰ ਕਰ ਰਹੇ ਹਾਂ ਤੁਹਾਨੂੰ ਸੇਮ ਚੀਜ਼ ਦੱਸੀ ਹੈ ਕੰਪੈਰੀਜ਼ਨ ਹਮੇਸ਼ਾ ਸੇਮ ਕੈਟਾਗਰੀ ਵਰਡਸ ਦੇ ਵਿੱਚ ਹੀ ਹੋਊਗਾ ਸੇਮ ਕੈਟਾਗਰੀ ਦਾ ਹੀ ਹੋਊਗਾ ਹੁਣ ਆਪਾਂ ਕਲਾਈਮੇਟ ਦਾ ਕੰਪੇਅਰ ਕਰ ਰਹੇ ਹਾਂ ਐਸੇ ਤੁਹਾਨੂੰ ਕੁਐਸਚਨ ਤੋਂ ਕਲੀਅਰ ਹੋ ਗਿਆ ਹੋਊਗਾ ਕਿ ਕਲਾਈਮੇਟ ਕੰਪੇਅਰ ਕੀਤਾ ਜਾ ਰਿਹਾ ਹੈ ਕਿਹਦਾ ਕਲਾਈਮੇਟ ਕੰਪੇਅਰ ਕੀਤਾ ਜਾ ਰਿਹਾ ਹੈ ਪੰਜਾਬ ਦਾ ਕਲਾਈਮੇਟ ਕਿਹਦੇ ਨਾਲ ਦਿੱਲੀ ਦੇ ਕਲਾਈਮੇਟ ਦੇ ਨਾਲ ਹੁਣ ਤੁਸੀਂ ਪੰਜਾਬ ਦੇ ਕਲਾਈਮੇਟ ਨੂੰ ਤਾਂ ਨਹੀਂ ਦਿੱਲੀ ਨਾਲ ਕੰਪੇਅਰ ਕਰੋਗੇ ਤੁਸੀਂ ਕਰੋਗੇ ਪੰਜਾਬ ਦੇ ਕਲਾਈਮੇਟ ਨੂੰ ਕੰਪੇਅਰ ਵਿਦ ਕਲਾਈਮੇਟ ਆਫ ਦਿੱਲੀ ਤਾਂ ਹੁਣ ਇੱਥੇ ਤੁਸੀਂ ਜ਼ਿਆਦਾ ਸਿੰਪਲ ਯੂਜ਼ ਕਰੋਗੇ ਕਲਾਈਮੇਟ ਆਫ ਦਿੱਲੀ ਹੋਰ ਕਲਾਈਮੇਟ ਆਫ ਦਿੱਲੀ ਜਾਂ ਫਿਰ ਤੁਸੀਂ ਸਿੰਪਲ ਇਹਦੀ ਥਾਂ ਤੇ ਵਰਡ ਯੂਜ਼ ਕਰ ਸਕਦੇ ਹੋ that of ਹੁਣ ਆਪਾਂ ਪ੍ਰਨਾਉਨ ਕਰ ਰਹੇ ਹਾਂ ਸੋ ਆਪਾਂ we will prefer the use of that of ਦਾ ਯੂਜ਼ ਕੀਤਾ ਜਾਊਗਾ ਇਨ ਸੀ ਪਾਰਟ ਦੇ ਵਿੱਚ ਤੁਹਾਡੇ ਕੋਲ ਕੀ ਸੀ ਐਰਰ ਸੀ ਤੇ ਤੁਸੀਂ ਕਰੈਕਸ਼ਨ ਕੀ ਕਰਨੀ ਹੈ the climate of Punjab is better than ਜਾਂ ਤਾਂ ਤੁਸੀਂ ਯੂਜ਼ ਕਰੋਗੇ that of Delhi ਔਰ ਜਾਂ ਤੁਸੀਂ ਸਿੰਪਲ ਕਹਿ ਸਕਦੇ ਹੋ the climate of Punjab is better than the climate of Delhi ਹੁਣ ਤੁਹਾਡੇ ਕੋਲੇ ਚੋਇਸ ਹੈ ਤੁਸੀਂ ਚਾਹੇ ਤਾਂ ਐਡੀ ਵੱਡੀ ਫਰੇਜ਼ ਲਿਖ ਲਓ ਦਾ ਕਲਾਈਮੇਟ ਆਫ ਦਿੱਲੀ ਲਿਖ ਲਓ ਚਾਹੇ ਤੁਸੀਂ ਯੂਜ਼ ਕਰ ਲਓ that of ਦਾ ਹੁਣ that of ਦਾ ਯੂਜ਼ ਆਪਾਂ ਕਰਾਂਗੇ ਬਿਕੋਜ਼ ਆਪਾਂ ਨਾਮ ਦਾ ਜਿਹੜਾ ਟੌਪਿਕ ਡਿਸਕਸ ਕਰ ਰਹੇ ਹਾਂ ਤੇ that of ਦਾ ਯੂਜ਼ ਵੀ ਆਪਾਂ ਨੂੰ ਪਤਾ ਲੱਗ ਗਿਆ ਸਿੰਗੂਲਰ ਫਾਰਮ ਦੇ ਲਈ ਕੀਤਾ ਜਾ ਰਿਹਾ ਹੈ ਕਲਾਈਮੇਟ ਹੈ ਜਿਹੜਾ ਤੁਸੀਂ ਸਿੰਗੂਲਰ ਫਾਰਮ ਲਈ ਯੂਜ਼ ਕਰ ਰਹੇ ਹੋ ਸੋ ਸਿੰਗੂਲਰ ਫਾਰਮ ਲਈ ਯੂਜ਼ ਕਰੋਗੇ ਤੁਸੀਂ that of ਦਾ ਤੇ ਦੋਜ਼ ਆਫ ਵਰਡ ਆਪਾਂ ਕੀਤਾ ਸੀ ਉਹ ਪਲੂਰਲ ਫਾਰਮ ਦੇ ਲਈ ਕੀਤਾ ਸੀ ਸੀ ਪਾਰਟ ਦੇ ਵਿੱਚ ਤੁਹਾਡੀ ਐਰਰ ਸੀ ਤੇ ਕਰੈਕਸ਼ਨ ਕੀ ਹੈ ਤੁਸੀਂ ਯੂਜ਼ ਕਰੋਗੇ that of ਔਰ ਦਾ ਕਲਾਈਮੇਟ ਆਫ ਦਿੱਲੀ ਦੋਵਾਂ ਦੇ ਵਿੱਚ ਤੁਸੀਂ ਇੱਕ ਚੀਜ਼ ਹੈ ਜਿਹੜੀ ਪਿਕ ਕਰੋਗੇ ਇਹ ਤੁਹਾਡੀ ਚੋਇਸ ਹੈ ਤੁਸੀਂ ਕੀ ਚੀਜ਼ ਹੈ ਜਿਹੜੀ ਪਿਕ ਕਰਨੀ ਹਾਂਜੀ ਤਾਂ ਸੀ ਪਾਰਟ ਸੀ ਜਿਹੜਾ ਇਸ ਕੁਐਸਚਨ ਦੇ ਵਿੱਚ ਐਰਰ ਵਾਲਾ ਪਾਰਟ ਸੀ ਨੈਕਸਟ ਕੁਐਸਚਨ ਕੀ ਹੈ ਤੁਹਾਡੇ ਕੋਲੇ 2 ਨੰਬਰ ਕੁਐਸਚਨ the cities of China are India larger than India the cities of China are larger than ਇੰਡੀਆ ਹੁਣ ਆਪਣੇ ਕੋਲੇ ਅਗੇਨ ਤੁਸੀਂ ਚੈੱਕ ਕਰੋਗੇ ਕੰਪੈਰੀਜ਼ਨ ਕੀਤਾ ਜਾ ਰਿਹਾ ਹੁਣ ਕੰਪੈਰੀਜ਼ਨ ਪਤਾ ਕਿੱਥੋਂ ਲੱਗਿਆ ਦੈਨ ਵਰਡ ਹੈ ਜਿਹੜਾ ਕੰਪੈਰੀਜ਼ਨ ਲਈ ਯੂਜ਼ ਕਰਦੇ ਆਪਾਂ ਉੱਪਰ ਵੀ ਆਪਣੇ ਕੋਲੇ ਦੈਨ ਵਰਡ ਸੀ ਆਪਾਂ ਨੂੰ ਪਤਾ ਲੱਗਿਆ ਕੰਪੈਰੀਜ਼ਨ ਹੋ ਰਿਹਾ ਇੱਥੇ ਵੀ ਦੈਨ ਵਰਡ ਹੈ ਸੋ ਆਪਾਂ ਕੰਪੈਰੀਜ਼ਨ ਕਰ ਰਹੇ ਹਾਂ ਹੁਣ ਕੰਪੈਰੀਜ਼ਨ ਕਿਹਦਾ ਹੋ ਰਿਹਾ ਚਾਈਨਾ ਦਾ ਇੰਡੀਆ ਨਾਲ ਕੰਪੈਰੀਜ਼ਨ ਕੀਤਾ ਜਾ ਰਿਹਾ ਨਹੀਂ ਆਪਣੇ ਕੋਲੇ ਸਿਟੀਜ਼ ਆਫ ਚਾਈਨਾ ਦਾ ਕੰਪੈਰੀਜ਼ਨ ਕੀਤਾ ਜਾ ਰਿਹਾ ਵਿਦ ਇੰਡੀਆ ਦੇ ਨਾਲ ਨੂੰ ਆਪਾਂ ਐਵੇਂ ਤਾਂ ਕਰ ਹੀ ਨਹੀਂ ਸਕਦੇ ਸਿਟੀਜ਼ ਆਫ ਚਾਈਨਾ ਦਾ ਕੰਪੈਰੀਜ਼ਨ ਇੰਡੀਆ ਨਾਲ ਤਾਂ ਨਹੀਂ ਹੋਏਗਾ ਕਿਉਂਕਿ ਆਪਣੇ ਕੋਲੇ ਸੇਮ ਕੈਟਾਗਰੀ ਹੋਣੀ ਚਾਹੀਦੀ ਜੇ ਆਪਾਂ ਕੰਪੈਰੀਜ਼ਨ ਕਰਨਾ ਸੋ ਆਪਾਂ ਸਿਟੀਜ਼ ਆਫ ਚਾਈਨਾ ਦਾ ਕੰਪੈਰੀਜ਼ਨ ਕਰ ਰਹੇ ਹਾਂ ਜੀ ਸਿਟੀਜ਼ ਆਫ ਇੰਡੀਆ ਦੇ ਨਾਲ ਸਿਟੀਜ਼ ਦਾ ਕੰਪੈਰੀਜ਼ਨ ਕੀਤਾ ਜਾ ਰਿਹਾ ਹੁਣ ਸਿਟੀਜ਼ ਉਹ ਚਾਈਨਾ ਦੀਆਂ ਤੇ ਕੰਪੇਅਰ ਕਿਹਦੇ ਨਾਲ ਕੀਤੀਆਂ ਜਾ ਰਹੀਆਂ ਇੰਡੀਆ ਦੀਆਂ ਸਿਟੀਜ਼ ਦੇ ਨਾਲ ਤਾਂ ਆਪਣੇ ਕੋਲੇ ਵਰਡ ਸਿੰਪਲ ਇੰਡੀਆ ਲਿਖਿਆ ਹੈ ਸੋ ਯੂ ਹੈਵ ਟੂ ਯੂਜ਼ ਦਾ ਵਰਡ ਦੋਜ਼ ਆਫ ਹੇਅਰ ਦੋਜ਼ ਆਫ ਇੰਡੀਆ ਜ਼ਿਆਦਾ ਤੁਸੀਂ ਸਿੰਪਲ ਯੂਜ਼ ਕਰੋਗੇ ਦੋਜ਼ ਆਫ ਦਾ ਯੂਜ਼ ਕਿਉਂ ਕੀਤਾ ਕਿਉਂਕਿ ਉਸਨੇ ਇੱਥੇ ਸਿਟੀਜ਼ ਵਰਡ ਦਿੱਤਾ ਹੋਇਆ ਦਾ ਸਿਟੀ ਆਫ ਚਾਈਨਾ ਹੁੰਦਾ ਤਾਂ ਤੁਸੀਂ ਸਿੰਪਲ ਦੈਟ ਆਫ ਯੂਜ਼ ਕਰ ਲੈਣਾ ਸੀ ਦਾ ਸਿਟੀ ਆਫ ਚਾਈਨਾ ਇਜ਼ ਲਾਰਜਰ ਦੈਨ ਦੈਟ ਆਫ ਇੰਡੀਆ ਬਟ ਇੱਥੇ ਆਪਣੇ ਕੋਲ ਵਰਡ ਹੈ ਪਲੂਰਲ ਦਿੱਤਾ ਹੋਇਆ ਦੈਟ ਇਜ਼ ਸਿਟੀਜ਼ ਅੱਗੇ ਆਪਣੇ ਕੋਲ ਬਹੁਤ ਵੀ ਦੱਸ ਰਹੀ ਹੈ ਕਿ ਪਲੂਰਲ ਫਾਰਮ ਹੀ ਜਿਹੜੀ ਤੁਸੀਂ ਯੂਜ਼ ਕਰੋਗੇ ਸੋ ਦਾ ਸਿਟੀਜ਼ ਆਫ ਚਾਈਨਾ ਆਰ ਲਾਰਜਰ ਦੈਨ ਪਲੂਰਲ ਫਾਰਮ ਹੈ ਤਾਂ ਤੁਸੀਂ ਪਲੂਰਲ ਫਾਰਮ ਕੰਪੈਰੀਜ਼ਨ ਵਰਡ ਯੂਜ਼ ਕਰਿਆ ਦੋਜ਼ ਆਫ ਇੰਡੀਆ ਐਸੇ ਤਰੀਕੇ ਨਾਲ ਜਿਵੇਂ ਆਪਾਂ ਉੱਪਰ ਦਾ ਕਲਾਈਮੇਟ ਆਫ ਦਿੱਲੀ ਕੀਤਾ ਸੀ ਜੇ ਤੁਸੀਂ ਯੂਜ਼ ਕਰਨਾ ਹੋਵੇ ਤਾਂ ਇੱਥੇ ਤੁਸੀਂ ਫਰੇਜ਼ ਯੂਜ਼ ਕਰ ਸਕਦੇ ਹੋ ਦਾ ਸਿਟੀ ਆਫ ਇੰਡੀਆ ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਕੋਲੇ ਦੋਜ਼ ਆਫ ਵਰਡ ਹੈ ਜਿਹੜਾ ਤੁਸੀਂ ਯੂਜ਼ ਕਰਨਾ ਹੈ ਤਾਂ ਤੁਸੀਂ ਯੂਜ਼ ਕਰ ਸਕਦੇ ਹੋ ਦਾ ਸਿਟੀਜ਼ ਆਫ ਇੰਡੀਆ ਸੀ ਪਾਰਟ ਦੇ ਵਿੱਚ ਤੁਹਾਡੀ ਅਗੇਨ ਐਰਰ ਹੈ ਤੇ ਕਰੈਕਸ਼ਨ ਕੀ ਹੈ ਤੁਸੀਂ ਯੂਜ਼ ਕਰੋਗੇ the cities of China are larger than those of India or the cities of China are larger than the cities of India so C part ਸੀ ਜਿਹੜਾ ਤੁਹਾਡੇ ਇਹਦੇ ਵਿੱਚ ਐਰਰ ਸੀ ਆਪਾਂ ਚੈੱਕ ਕੀਤਾ that of ਦਾ use and those of ਦਾ use that of for singular comparison form ਦੇ ਲਈ ਤੇ those of ਦਾ use ਕਰੋਗੇ ਤੁਸੀਂ plural form ਦੇ ਲਈ ਜਦੋਂ ਤੁਸੀਂ ਕੰਪੇਅਰ ਕਰ ਰਹੇ ਹੋ ਕੋਈ ਦੋ ਚੀਜ਼ਾਂ ਨੂੰ ਹਾਂਜੀ ਤਾਂ ਇਹ ਆਪਣੇ ਕੁਐਸਚਨ ਆਪਾਂ ਡਿਸਕਸ ਕੀਤੇ ਨੈਕਸਟ ਕਨਸੈਪਟ ਜਿਹੜਾ ਆਪਾਂ ਡਿਸਕਸ ਕਰਨਾ ਹੈ ਉਹ ਹੈ ਜੀ ਵਨ ਵਨਸ ਐਂਡ ਵਨ ਸੈਲਫ ਹੁਣ ਇੱਥੇ ਆਪਾਂ ਵਰਡ ਯੂਜ਼ ਕਰਦੇ ਹਾਂ ਵਨ ਵਨਸ ਵਨ ਸੈਲਫ ਹੁਣ ਵਨ ਵਰਡ ਹੈ ਜਿਹੜਾ ਇਹ ਯੂਜ਼ ਕੀਤਾ ਜਾਂਦਾ ਹੈ ਫॉर ਸਬਜੈਕਟ ਫਾਰਮ ਜਿੱਥੇ ਵੀ ਤੁਸੀਂ ਸਬਜੈਕਟ ਦੀ ਫਾਰਮ ਦੇ ਲਈ ਯੂਜ਼ ਕਰ ਰਹੇ ਹੋ ਤਾਂ ਵਰਡ ਤੁਹਾਡਾ ਵਨ ਹੋਏਗਾ ਵਨਸ ਹੈ ਜਿਹੜਾ ਇਹਨੂੰ ਕਿਹਾ ਜਾਂਦਾ ਹੈ ਪੋਜੈਸਿਵ ਐਡਜੈਕਟਿਵ ਪੋਜੈਸਿਵ ਐਡਜੈਕਟਿਵ ਹੁਣ ਜਿਹੜੇ ਸਟੂਡੈਂਟਸ ਨੂੰ ਪੋਜੈਸਿਵ ਐਡਜੈਕਟਿਵ ਵਾਲਾ ਕਨਸੈਪਟ ਨਹੀਂ ਪਤਾ ਕਿ ਕੀ ਹੁੰਦਾ ਪੋਜੈਸਿਵ ਐਡਜੈਕਟਿਵ ਆਪਾਂ ਪਿਛਲੀ ਕਲਾਸ ਦੇ ਵਿੱਚ ਡਿਸਕਸ ਕੀਤੇ ਆ ਆਈ ਥਿੰਕ ਸੈਕੰਡ ਕਲਾਸ ਸੀ ਤੁਹਾਡੀ ਪ੍ਰਨਾਉਣ ਦੀ ਤਾਂ ਤੁਸੀਂ ਉਹ ਵਾਲੀ ਚੀਜ਼ਾਂ ਜਿਹੜੀ ਅਟੈਂਡ ਕਰ ਰਹੇ ਨੇ ਬਿਕੋਜ਼ ਆਪਾਂ ਬਹੁਤ ਬਰੀਫਲੀ ਆਪਾਂ ਕਹਿ ਜਾ ਡਿਟੇਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਇਹ ਵਾਲੇ ਕਨਸੈਪਟ ਆ ਉਹ ਡਿਸਕਸ ਕੀਤੇ ਆ ਹਾਂਜੀ ਤਾਂ ਹੁਣ ਵਨ ਵਰਡ ਸਬਜੈਕਟ ਫਾਰਮ ਲਈ ਯੂਜ਼ ਕੀਤਾ ਜਾਏਗਾ ਤੇ ਵਨਸ ਵਰਡ ਹੈ ਜਿਹੜਾ ਪੋਜੈਸਿਵ ਐਡਜੈਕਟਿਵ ਫਾਰਮ ਹੈ ਸੋ ਤੁਸੀਂ ਇਹਨੂੰ ਪੋਜੈਸਿਵ ਐਡਜੈਕਟਿਵ ਫਾਰਮ ਲਈ ਯੂਜ਼ ਕਰੋਗੇ ਤੇ ਵਨ ਸੈਲਫ ਕੀ ਹੈ ਵਨ ਸੈਲਫ ਹੈ ਜੀ ਤੁਹਾਡੇ ਕੋਲੇ ਰਿਫਲੈਕਸਿਵ pronoun reflexive
ਪਰ ਨਾउन ਹੁਣ ਜਿਹੜੇ ਸਟੂਡੈਂਟਸ ਨੇ ਪਿਛਲੀਆਂ ਕਲਾਸਿਸ ਅਟੈਂਡ ਕੀਤੀਆਂ ਉਹਨਾਂ ਨੂੰ ਨਾਲੇ ਤਾਂ ਪਤਾ ਹੈ ਪੋਜੈਸਿਵ ਐਡਜੈਕਟਿਵ ਕੀ ਹੁੰਦਾ ਹੈ, ਸੈਕੰਡ ਚੀਜ਼ ਉਹਨਾਂ ਨੂੰ ਇਹ ਵੀ ਕਲੀਅਰ ਹੋਏਗੀ ਕਿ ਰਿਫਲੈਕਸਿਵ ਪ੍ਰੋਨਾउन ਕੀ ਹੁੰਦੇ ਆ। ਸੋ ਜਿਨ੍ਹਾਂ ਨੇ ਨਹੀਂ ਕੀਤੀਆਂ ਤਾਂ ਸੋ ਆਈ ਰਿਕੁਐਸਟ ਤੁਸੀਂ ਪਹਿਲਾਂ ਪਿਛਲੀਆਂ ਕਲਾਸਿਸ ਅਟੈਂਡ ਕਰੋ, ਫਿਰ ਤੁਸੀਂ ਇਹ ਲਾਸਟ ਕਲਾਸ ਹੈ ਜਿਹੜੀ ਅਟੈਂਡ ਕਰਨੀ ਹੈ, ਬਿਕੋਜ਼ ਜਿਹੜੇ ਪਿਛਲੀਆਂ ਕਲਾਸਿਸ ਦੇ ਕੰਸੈਪਟ ਨੇ ਉਹ ਆਪਾਂ ਇੱਥੇ ਅਪਲਾਈ ਕਰਕੇ ਦੇਖੀਏ। ਹਾਂਜੀ, ਤਾਂ ਤੁਹਾਡੇ ਕੋਲੇ ਵਨ ਵਨਸ ਤੇ ਵਨ ਸੈਲਫ ਹੈ। ਮੈਂ ਤੁਹਾਨੂੰ ਯੂਜ਼ ਦੱਸਦਾ ਕਿ ਵਨ ਦਾ ਯੂਜ਼ ਕੀਤਾ ਜਾਂਦਾ ਫॉर ਸਬਜੈਕਟ ਫॉर्म, ਵਨਸ ਦਾ ਯੂਜ਼ ਕਰੋਗੇ ਜਿੱਥੇ ਤੁਹਾਨੂੰ ਪੋਜੈਸਿਵ ਐਡਜੈਕਟਿਵ ਦੀ ਫॉर्म ਚਾਹੀਦੀ ਹੋਈ ਤੇ ਵਨ ਦੀ ਫॉर्म ਦੇ ਲਈ ਹੀ ਯੂਜ਼ ਕਰੋਗੇ। ਸੈਕੰਡ ਤੁਹਾਡੇ ਕੋਲੇ ਹੈਗਾ ਵਨ ਸੈਲਫ ਦਾ ਯੂਜ਼ ਕੀਤਾ ਜਾਂਦਾ ਫॉर ਰਿਫਲੈਕਸਿਵ ਪ੍ਰੋਨਾउन, ਰਿਫਲੈਕਸਿਵ ਪ੍ਰੋਨਾउन ਦੀ ਲੋੜ ਹੋਈ ਤਾਂ ਤੁਸੀਂ ਯੂਜ਼ ਕਰੋਗੇ ਵਨ ਸੈਲਫ ਦਾ। ਫॉर ਐਗਜ਼ਾਮਪਲ ਆਪਾਂ ਰਿਫਲੈਕਸਿਵ ਪ੍ਰੋਨਾउन ਯੂਜ਼ ਕਿੱਥੇ ਕਰਦੇ ਹਾਂ, ਜਿੱਥੇ ਆਪਣੇ ਕੋਲੇ ਨਾउन ਤੇ ਵਿੱਚ ਆਪਾਂ ਸਿੰਪਲ ਕਹਿ ਲਓ ਸਬਜੈਕਟ ਤੇ ਆਬਜੈਕਟ ਸੈਂਟੈਂਸ ਦੇ ਵਿੱਚ ਸੇਮ ਹੀ ਹੋਣ ਤਾਂ ਤੁਸੀਂ ਯੂਜ਼ ਕਰ ਦਿੰਦੇ ਹੋ ਜੀ ਰਿਫਲੈਕਸਿਵ ਪ੍ਰੋਨਾउन। ਇਹਨਾਂ ਨੂੰ ਤੁਸੀਂ ਇਨਫੈਕਟਿਵ ਪ੍ਰੋਨਾउन ਫਿਰ ਜਿਹੜਾ ਕਹਿ ਦਿੰਦੇ ਹੋ। ਹਾਂਜੀ, ਤਾਂ ਹੁਣ ਆਪਾਂ ਦੇਖਣਾ ਵਨ ਵਨਸ ਵਨ ਸੈਲਫ ਦਾ ਯੂਜ਼ ਕਿਵੇਂ ਆਪਾਂ ਸੈਂਟੈਂਸ ਦੇ ਵਿੱਚ ਇਹਨੂੰ ਯੂਜ਼ ਕਰਨਾ ਹੈ ਬਾਈ ਯੂਜ਼ਿੰਗ ਵਨ ਐਗਜ਼ਾਮਪਲ ਔਰ ਯੂ ਕੈਨ ਸੇ। ਤੁਹਾਨੂੰ ਇੱਕ ਕੁਐਸਚਨ ਦਿੱਤਾ ਹੋਇਆ, ਥਰਡ ਨੰਬਰ ਕੁਐਸਚਨ ਹੈ ਜਿਹੜਾ ਤੁਸੀਂ ਅਟੈਂਪਟ ਕਰਨਾ ਹੈ, ਯੂਜ਼ ਕਰਨਾ ਹੈ ਵਨ ਵਨਸ ਤੇ ਵਨ ਸੈਲਫ। ਹਾਂਜੀ, ਤਾਂ ਕੁਐਸਚਨ ਕੀ ਹੈ, ਵਨ ਸ਼ੁੱਡ ਡੂ ਹਿਜ਼ ਡਿਊਟੀ ਓਨੈਸਟਲੀ। ਹੁਣ ਆਪਣੇ ਕੋਲ ਵਰਡ ਕੀ ਯੂਜ਼ ਹੋਇਆ ਹੈ, ਵਨ। ਅੱਗੇ ਆਪਣੇ ਬੀ ਪਾਰਟ ਦੇ ਵਿੱਚ ਯੂਜ਼ ਕੀਤਾ ਆਪਾਂ ਹਿਜ਼ ਦਾ, ਡਿਊਟੀ ਓਨੈਸਟਲੀ। ਹੁਣ ਆਪਾਂ ਯੂਜ਼ ਕੀ ਕਰਨਾ ਹੈ, ਆਪਣੇ ਕੋਲੇ ਕੀ ਕਹਿ ਸਕਦੇ ਹਾਂ, ਆਪਣੇ ਕੋਲੇ ਇੱਕ ਸੀਰੀਜ਼ ਹੁੰਦੀ ਹੈ ਵਨ ਵਨਸ ਔਰ ਵਨ ਸੈਲਫ। ਵਨ ਸਬਜੈਕਟ ਫॉर्म ਦੇ ਲਈ ਵਨਸ ਦਾ ਯੂਜ਼ ਕੀਤਾ ਜਾਂਦਾ ਪੋਜੈਸਿਵ ਐਡਜੈਕਟਿਵ ਫॉर्म, ਵਨ ਸੈਲਫ ਦਾ ਯੂਜ਼ ਕੀਤਾ ਜਾਂਦਾ ਫॉर ਰਿਫਲੈਕਸਿਵ ਪ੍ਰੋਨਾउन ਦੇ ਲਈ ਆਪਾਂ ਵਨ ਸੈਲਫ ਹੈ ਜਿਹੜਾ ਵਰਡ ਯੂਜ਼ ਕਰਦੇ। ਹੁਣ ਇੱਥੇ ਆਪਣੇ ਕੋਲੇ ਵਨ ਯੂਜ਼ ਕੀਤਾ ਹੋਇਆ ਫॉर ਸਬਜੈਕਟ ਫॉर्म ਦੇ, ਤੁਹਾਨੂੰ ਪਹਿਲਾਂ ਕਿਹਾ ਹੋਇਆ ਜੇ ਤੁਹਾਡੇ ਕੋਲੇ ਸਿੰਪਲ ਤੁਸੀਂ ਕਹਿ ਸਕਦੇ ਹੋ ਹੀ ਸ਼ੁੱਡ ਡੂ ਹਿਜ਼ ਡਿਊਟੀ ਓਨੈਸਟਲੀ, ਬਟ ਏ ਪਾਰਟ ਦੇ ਵਿੱਚ ਤੁਸੀਂ ਐਰਰ ਨਹੀਂ ਕੱਢੋਗੇ ਬਿਕਾਜ਼ ਆਪਣੀ ਫਰਸਟ ਨਾउन ਕਲਾਸ ਦੇ ਵਿੱਚ ਤਾਂ ਆਪਾਂ ਸਿੰਪਲ ਕਹਿ ਸਕਦੇ ਜਦੋਂ ਆਪਾਂ ਬੇਸਿਕ ਕਲਾਸ ਡਿਸਕਸ ਕੀਤੀ ਸੀ ਉਹਦੇ ਤੁਹਾਨੂੰ ਇੱਕ ਕਨਸੈਪਟ ਕਰਵਾਇਆ ਗਿਆ ਸੀ ਕਿ ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਸਬਜੈਕਟ ਦੇ ਵਿੱਚ ਕੋਈ ਐਰਰ ਹੈ ਤਾਂ ਤੁਸੀਂ ਇੱਕ ਵਾਰ ਜਿਹੜੀ ਉਹਨੂੰ ਇਗਨੋਰ ਕਰੋਗੇ ਤੇ ਬਾਕੀ ਪਾਰਟਸ ਜਿਹੜੇ ਦੇਖੋਗੇ ਕਿ ਸਬਜੈਕਟ ਅਕੋਰਡਿੰਗ ਚੱਲ ਰਹੇ ਹੈ। ਜੇ ਉਹ ਵਾਲੇ ਪਾਰਟ ਤੁਹਾਡੇ ਸਬਜੈਕਟ ਅਕੋਰਡਿੰਗ ਚੱਲ ਰਹੇ ਤਾਂ ਤੁਸੀਂ ਦੇਖੋਗੇ ਕਿ ਸਬਜੈਕਟ ਦੇ ਵਿੱਚ ਐਰਰ ਹੈ ਤਾਂ ਤੁਸੀਂ ਸਬਜੈਕਟ ਪਾਰਟ ਨੂੰ ਜਿਹੜਾ ਹੈਗਾ ਆਪਣਾ ਟਿਕ ਕਰਨਾ ਹੈ। ਅਦਰਵਾਈਜ਼ ਤੁਸੀਂ ਕੀ ਕਰਨਾ ਹੈ, ਬਾਕੀ ਪਾਰਟਸ ਨੂੰ ਦੇਖਣਾ ਹੈ, ਜੇ ਉਹਨਾਂ ਦੇ ਵਿੱਚ ਐਰਰ ਹੈ ਤਾਂ ਤੁਸੀਂ ਉਹਨਾਂ ਨੂੰ ਪ੍ਰੈਫਰੈਂਸ ਦਿਓਗੇ, ਉਹਨਾਂ ਦੇ ਵਿੱਚ ਐਰਰ ਫਾਈਂਡ ਆਊਟ ਕਰੋਗੇ। ਹਾਂਜੀ, ਤਾਂ ਹੁਣ ਇੱਥੇ ਵਨ ਵਰਡ ਯੂਜ਼ ਕੀਤਾ, ਬਣ ਕੇ ਸਬਜੈਕਟ ਫॉर्म ਦੇ ਲਈ ਯੂਜ਼ ਕੀਤਾ, ਮੈਂ ਇੱਕ ਵਾਰ ਇਗਨੋਰ ਕੀਤਾ ਕਿ ਸੈਂਟੈਂਸ ਦੇ ਵਿੱਚ ਇਹ ਪਾਰਟ ਸਹੀ ਹੈ। ਨੈਕਸਟ ਮੇਰੇ ਕੋਲ ਵਰਡ ਆਇਆ ਹਿਜ਼। ਜਦੋਂ ਕਿ ਆਪਾਂ ਹਿਜ਼ ਦਾ ਯੂਜ਼ ਤਾਂ ਕਰਦੇ ਹੁੰਦੇ ਹਾਂ ਪੋਜੈਸਿਵ ਐਡਜੈਕਟਿਵ ਫॉर्म ਦੇ ਲਈ ਜਦੋਂ ਆਪਣੇ ਕੋਲ ਹੀ ਸਬਜੈਕਟ ਹੋਵੇ, ਹੀ ਹਿਜ਼ ਹਿਮਸੈਲਫ ਆਪਾਂ ਵਰਡ ਯੂਜ਼ ਕੀਤਾ ਸੀ। ਸੋ ਆਪਣੇ ਕੋਲ ਇੱਥੇ ਕੀ ਆਊਗਾ, ਵਨ ਸ਼ੁੱਡ ਡੂ, ਹਿਜ਼ ਨਹੀਂ ਆਊਗਾ, ਪੋਜੈਸਿਵ ਐਡਜੈਕਟਿਵ ਫॉर्म ਆਏਗੀ ਵਨ ਦੀ, ਦੈਟ ਇਜ਼ ਵਨਸ। ਵਨ ਸ਼ੁੱਡ ਡੂ ਵਨਸ ਡਿਊਟੀ ਓਨੈਸਟਲੀ। ਸੋ ਬੀ ਪਾਰਟ ਦੇ ਵਿੱਚ ਐਰਰ ਹੈ। ਇਸੇ ਸੈਂਟੈਂਸ ਨੂੰ ਜੇ ਆਪਾਂ ਇੱਕ ਹੋਰ ਤਰੀਕੇ ਨਾਲ ਲਿਖਣਾ ਹੋਵੇ, ਹਾਂਜੀ, ਤਾਂ ਆਪਾਂ ਤਿੰਨੋਂ ਵਰਡ ਯੂਜ਼ ਕਰਾਂਗੇ ਵਨ ਵਨਸ ਵਨ ਸੈਲਫ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਹੀ ਹਾਂ। ਸਿਮਿਲਰਲੀ ਇਸੇ ਸੈਂਟੈਂਸ ਦੀ ਤਰ੍ਹਾਂ one should do one's duty oneself। ਹੁਣ ਦੇਖੋ ਆਪਾਂ ਵਨ ਵਰਡ ਯੂਜ਼ ਕੀਤਾ ਸਬਜੈਕਟ ਫॉर्म ਦੇ ਲਈ, ਵਨਸ ਡਿਊਟੀ, ਵਨਸ ਮਤਲਬ ਇੱਥੇ ਵਰਡ ਜਿਹੜਾ ਵਨਸ ਆਇਆ ਹੋਇਆ ਕਿਹਦੇ ਫॉर्म ਦੇ ਲਈ ਯੂਜ਼ ਕੀਤਾ ਹੈ, ਪੋਜੈਸਿਵ ਐਡਜੈਕਟਿਵ ਫॉर्म ਦੇ ਲਈ। ਨੈਕਸਟ ਵਰਡ ਆਪਾਂ ਯੂਜ਼ ਕੀਤਾ ਵਨ ਸੈਲਫ। ਵਨ ਸੈਲਫ ਵੀ ਅਗੇਨ ਤੁਹਾਡੇ ਕੋਲੇ ਜਿਹੜੇ ਪਰਸਨ ਦੇ ਲਈ ਆਪਾਂ ਵਨ ਵਰਡ ਯੂਜ਼ ਕੀਤਾ ਹੈ ਉਸੇ ਦੇ ਲਈ ਆਪਾਂ ਵਨ ਸੈਲਫ ਯੂਜ਼ ਕੀਤਾ, ਮਤਲਬ ਕਿ ਆਪਣੇ ਕੋਲੇ ਸਬਜੈਕਟ ਤੇ ਆਬਜੈਕਟ ਹੈ ਜਿਹੜੇ ਦੋਨੋਂ ਸੇਮ ਪਰਸਨ ਲਈ ਯੂਜ਼ ਕੀਤੇ ਜਾ ਰਹੇ ਆ। ਸੋ ਤੁਸੀਂ ਯੂਜ਼ ਕਰੋਗੇ ਵਨ ਸੈਲਫ ਦਾ। ਵਨ ਵਨਸ ਵਨ ਸੈਲਫ ਤਿੰਨਾਂ ਦਾ ਯੂਜ਼ ਆਪਾਂ ਇੱਕੋ ਸੈਂਟੈਂਸ ਦੇ ਵਿੱਚ ਆ ਜਿਹੜਾ ਕਰਕੇ ਦੇਖਿਆ। ਹਾਂਜੀ, ਤਾਂ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਕਨਸੈਪਟ ਚੱਲੇਗਾ। One ones ਤੇ oneself ਦਾ one is used for subject form, once is used for a possessive adjective form and oneself is used for reflexive pronoun case। ਹਾਂਜੀ, the next concept that we have to discuss is use of either, neither, any, one or none। ਤਾਂ ਹੁਣ either ਤੇ neither word ਆਪਾਂ ਬਹੁਤ ਵਾਰ ਹੈ ਜਿਹੜੇ ਡਿਸਕਸ ਕੀਤੇ ਆ। either ਤੇ neither ਦਾ ਯੂਜ਼ ਕਦੋਂ ਕੀਤਾ ਜਾਂਦਾ, ਜਦੋਂ ਤੁਸੀਂ ਯੂਜ਼ ਕਰੋਗੇ ਕਿਸੇ ਇੱਕ ਚੀਜ਼ ਦੇ ਲਈ। ਇੱਕ ਚੀਜ਼ ਨੂੰ ਤੁਸੀਂ ਚੈੱਕ ਕਰਨਾ ਹੈ, ਸਿੰਪਲ ਕਹਿ ਸਕਦੇ ਹੋ ਜਦੋਂ ਤੁਹਾਡੇ ਕੋਲ ਕੋਈ ਜ਼ਿਆਦਾ ਚੀਜ਼ਾਂ ਦਿੱਤੀਆਂ ਤਾਂ ਤੁਸੀਂ ਕੀ ਕਰ ਰਹੇ ਹੋ, ਇੱਕ ਚੀਜ਼ ਨੂੰ ਯੂਜ਼ ਕਰ ਰਹੇ ਹੋ। ਜ਼ਿਆਦਾ ਦੀ ਫॉर्म ਦੇ ਮਤਲਬ ਇੱਥੇ ਦੋ ਦੇ ਵਿੱਚੋਂ ਤੁਸੀਂ ਇੱਕ ਯੂਜ਼ ਕਰ, ਜਿਵੇਂ ਈਦਰ ਦਾ ਯੂਜ਼ ਕੀਤਾ ਜਾਂਦਾ ਹੈ ਵਨ ਆਊਟ ਆਫ ਟੂ, ਨੀਦਰ ਦਾ ਯੂਜ਼ ਕੀਤਾ ਜਾਂਦਾ ਹੈ ਨਨ ਆਊਟ ਆਫ ਟੂ। ਬੇਸਿਕ ਜੇ ਦੇਖਿਆ ਜਾਵੇ ਈਦਰ ਦਾ ਯੂਜ਼ ਕੀਤਾ ਜਾਊ ਜਦੋਂ ਤੁਸੀਂ ਦੋ ਚੀਜ਼ਾਂ ਦੇ ਵਿੱਚੋਂ ਕੋਈ ਇੱਕ ਚੀਜ਼ ਨੂੰ ਚੂਜ਼ ਕਰ ਰਹੇ ਹੋ, ਨੀਦਰ ਦਾ ਯੂਜ਼ ਕੀਤਾ ਜਾਊ ਜਦੋਂ ਤੁਸੀਂ ਦੋਵਾਂ ਦੇ ਵਿੱਚੋਂ ਕਿਸੇ ਨੂੰ ਵੀ ਚੂਜ਼ ਹੈ ਜਿਹੜਾ ਨਹੀਂ ਕਰ ਰਹੇ। ਤਾਂ ਤੁਹਾਡੇ ਕੋਲ ਈਦਰ ਯੂਜ਼ ਕੀਤਾ ਜਾਂਦਾ ਹੈ ਤੇ ਨੀਦਰ ਦਾ ਯੂਜ਼ ਕੀਤਾ ਜਾਂਦਾ ਜਦੋਂ ਤੁਸੀਂ ਦੋ ਚੀਜ਼ਾਂ ਤੁਹਾਨੂੰ ਦਿੱਤੀਆਂ ਤੁਸੀਂ ਇੱਕ ਨੂੰ ਚੂਜ਼ ਕਰ ਰਹੇ ਹੋ ਜਾਂ ਫਿਰ ਤੁਸੀਂ ਚੂਜ਼ ਹੈ ਜਿਹੜਾ ਨਹੀਂ ਕਰ ਰਹੇ। ਈਦਰ ਤੇ ਨੀਦਰ ਦਾ ਇਹ ਡਿਫਰੈਂਸ ਹੈ। ਨੈਕਸਟ ਵਰਡ ਹੈ ਤੁਹਾਡੇ ਕੋਲ ਐਨੀ, ਵਨ ਔਰ ਨਨ। ਤਾਂ ਜਦੋਂ ਤੁਹਾਡੇ ਕੋਲੇ ਵਨ ਆਊਟ ਆਫ ਮੈਨੀ ਦੀ ਸੈਂਸ ਹੋਵੇ, ਵਨ ਆਊਟ ਆਫ
ਮੈਂ ਨਹੀਂ, ਤੁਹਾਡੇ ਕੋਲੇ ਜ਼ਿਆਦਾ ਚੀਜ਼ਾਂ ਦਿੱਤੀਆਂ, 2 ਤੋਂ ਜ਼ਿਆਦਾ ਚੀਜ਼ਾਂ ਨੇ ਤੇ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਇੱਕ ਚੀਜ਼ ਚੂਜ਼ ਕਰ ਰਹੇ ਹੋ ਜਾਂ ਨਹੀਂ ਕਰ ਰਹੇ, ਤਾਂ ਤੁਸੀਂ ਯੂਜ਼ ਕਰੋਗੇ ਐਨੀ ਵਨ ਔਰ ਨਨ ਦਾ। ਤੇ ਤੁਹਾਡੇ ਕੋਲੇ ਸਿੰਪਲ 2 ਚੀਜ਼ਾਂ ਦੇ ਵਿੱਚੋਂ ਕੋਈ ਚੀਜ਼ ਚੂਜ਼ ਕਰਨ ਦੇ ਲਈ ਕਹੀ ਹੈ ਤਾਂ ਤੁਸੀਂ ਯੂਜ਼ ਕਰੋਗੇ ਈਦਰ ਨੀਦਰ ਦਾ। ਬਟ ਈਦਰ ਦਾ ਯੂਜ਼ ਕੀਤਾ ਜਾਂਦਾ ਫॉर ਪੋਜ਼ਿਟਿਵ ਪਰਪਸ ਐਂਡ ਨੀਦਰ ਦਾ ਤੁਸੀਂ ਯੂਜ਼ ਕਰਦੇ ਹੋ ਨੈਗੇਟਿਵ ਪਰਪਸ ਦੇ ਲਈ। ਸਿਮਿਲਰਲੀ ਤੁਹਾਡੇ ਕੋਲੇ ਐਨੀ ਵਨ ਔਰ ਨਨ ਦਾ ਯੂਜ਼ ਕੀਤਾ ਜਾਊ ਜਦੋਂ ਤੁਸੀਂ ਵਨ ਆਊਟ ਆਫ ਮੈਨੀ ਹੈ ਜਿਹੜਾ ਚੂਜ਼ ਕਰ ਰਹੇ ਹੋ। ਹਾਂਜੀ, ਤਾਂ ਇਹਨਾਂ ਦਾ ਕੰਸੈਪਟ ਆਪਾਂ ਲਾ ਕੇ ਦੇਖਣਾ ਹੈ ਕੁਐਸਚਨ ਦੇ ਉੱਤੇ। 4 ਨੰਬਰ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ। ਚੈੱਕ ਕਰਨਾ ਆਪਾਂ ਵੀ ਕਿਹੜੇ ਵਰਡ ਯੂਜ਼ ਹੋਣਗੇ ਈਦਰ ਨੀਦਰ ਐਨੀ ਵਨ ਔਰ ਨਨ ਦੇ ਵਿੱਚੋਂ। ਹਾਂਜੀ, ਤਾਂ ਫਰਸਟ ਆਪਣੇ ਕੋਲੇ 4 ਨੰਬਰ ਸੈਂਟੈਂਸ ਹੈ ਐਨੀ ਆਫ ਥੀਸ ਟੂ ਗਰਲਸ ਇਜ਼ ਅਲਾਉਡ ਟੂ ਗੋ ਆਊਟ ਐਂਡ ਪਲੇ। ਆਪਣਾ ਲਾਸਟ ਪਾਰਟ ਹੈ ਜੀ ਡੀ ਨੋ ਐਰਰ। ਤਾਂ ਤੁਸੀਂ ਚੈੱਕ ਕਰਨਾ ਕਿ ਕਿਹੜੇ ਪਾਰਟ ਦੇ ਵਿੱਚ ਇੱਥੇ ਐਰਰ ਹੈ। ਏ ਚਾਹੇ ਬੀ ਚਾਹੇ ਸੀ ਚਾਹੇ ਜਾਂ ਫਿਰ ਤੁਹਾਡੇ ਕੋਲੇ ਕੋਈ ਐਰਰ ਨਹੀਂ ਤਾਂ ਤੁਸੀਂ ਟਿਕ ਕਰੋਗੇ ਡੀ ਪਾਰਟ। ਹਾਂਜੀ, ਤਾਂ ਤੁਹਾਨੂੰ ਕਨਸੈਪਟ ਪਿੱਛੇ ਕੀ ਕਰਾਇਆ ਕਿ ਤੁਹਾਡੇ ਕੋਲੇ ਈਦਰ ਤੇ ਨੀਦਰ ਦਾ ਯੂਜ਼ ਹੁੰਦਾ ਹੈ। ਈਦਰ ਤੇ ਨੀਦਰ ਵਰਡ ਯੂਜ਼ ਹੁੰਦੇ ਆ ਫॉर ਟੂ ਦੇ ਲਈ ਜਦੋਂ ਤੁਸੀਂ ਦੋ ਚੀਜ਼ਾਂ ਦੇ ਵਿੱਚੋਂ ਕੋਈ ਇੱਕ ਚੀਜ਼ ਚੂਜ਼ ਕਰ ਰਹੇ ਹੋ ਜਾਂ ਨਹੀਂ ਕਰ ਰਹੇ। ਸੈਕਿੰਡ ਤੁਹਾਡੇ ਕੋਲੇ ਨਨ ਐਨੀ ਜਾਂ ਵਨ ਦਾ ਯੂਜ਼ ਕੀਤਾ ਜਾਂਦਾ ਜਦੋਂ ਤੁਸੀਂ ਮੋਰ ਦੈਨ 2 ਦੀ ਗੱਲ ਕਰ ਰਹੇ ਹੋ ਤੇ ਮੋਰ ਦੈਨ 2 ਦੇ ਵਿੱਚ ਤੁਸੀਂ ਕੋਈ ਚੀਜ਼ ਜਾਂ ਸਿੰਪਲ ਕਹਿ ਸਕਦੇ ਵਨ ਆਊਟ ਆਫ ਮੈਨੀ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਤੁਸੀਂ ਯੂਜ਼ ਕਰੋਗੇ ਨਨ ਐਨੀ ਔਰ ਵਨ। ਹਾਂਜੀ, ਤਾਂ ਹੁਣ ਤੁਹਾਡੇ ਕੋਲੇ ਸੈਂਟੈਂਸ 4 ਨੰਬਰ ਸੈਂਟੈਂਸ ਦੇ ਵਿੱਚ ਤੁਹਾਨੂੰ ਮੈਂਸ਼ਨ ਕੀਤਾ ਹੋਇਆ ਵਰਡ ਟੂ ਗਰਲਸ। ਟੂ ਗਰਲਸ ਤਾਂ ਹੁਣ ਇੱਥੇ ਐਨੀ ਵਰਡ ਯੂਜ਼ ਕੀਤਾ ਹੋਇਆ ਜਦੋਂ ਟੂ ਹੋਣ ਤਾਂ ਆਪਾਂ ਨੂੰ ਈਦਰ ਤੇ ਈਦਰ ਨੂੰ ਚੂਜ਼ ਕਰਨਾ ਹੁੰਦਾ ਹੈ। ਸੈਂਟੈਂਸ ਚੈੱਕ ਕਰੋਗੇ ਪੋਜ਼ਿਟਿਵ ਫਾਰਮ 'ਚ ਚੱਲ ਰਿਹਾ ਤੇ ਨੈਗੇਟਿਵ 'ਚ। ਤੇ ਪੋਜ਼ਿਟਿਵ ਹੋਇਆ ਤਾਂ ਈਦਰ ਦਾ ਯੂਜ਼ ਨੈਗੇਟਿਵ ਹੋਇਆ ਤਾਂ ਨੀਦਰ ਦਾ ਯੂਜ਼ ਬਟ ਹੋਣੇ ਕੀ ਚਾਹੀਦਾ 2 ਦੇ ਫਾਰਮ ਦੇ ਵਿੱਚ। ਹੁਣ ਇੱਥੇ ਟੂ ਗਰਲਸ ਮੈਂਸ਼ਨ ਹੈ ਮੀਨਸ ਤੁਸੀਂ ਜ਼ਿਆਦਾ ਯੂਜ਼ ਕਰੋਗੇ ਈਦਰ ਦਾ ਜਾਂ ਇੱਥੇ ਤੁਹਾਡੇ ਕੋਲੇ ਨੀਦਰ ਦਾ ਯੂਜ਼ ਹੋਊ। ਹੁਣ ਇੱਥੇ ਈਦਰ ਦੇ ਨੀਦਰ ਦੇ ਯੂਜ਼ ਦੇ ਵਿੱਚ ਦੇਖਣਾ ਆਪਾਂ ਕਿਹਦਾ ਯੂਜ਼ ਹੋਣਾ ਈਦਰ ਦਾ ਜਾਂ ਨੀਦਰ ਦਾ ਉਹ ਚੈੱਕ ਕਰਾਂਗੇ ਆਪਾਂ ਕੁਐਸਚਨ ਤੋਂ ਕਿ ਕੁਐਸਚਨ ਪੋਜ਼ਿਟਿਵ ਚੱਲ ਰਿਹਾ ਜਾਂ ਫਿਰ ਨੈਗੇਟਿਵ। ਐਨੀ ਆਫ ਥੀਸ ਟੂ ਗਰਲਸ ਇਜ਼ ਅਲਾਉਡ ਟੂ ਗੋ ਆਊਟ ਐਂਡ ਪਲੇ। ਸੋ ਸੈਂਟੈਂਸ ਮੈਨੂੰ ਪਤਾ ਲੱਗ ਗਿਆ ਕਿ ਸੈਂਟੈਂਸ ਪੋਜ਼ਿਟਿਵ ਸੈਂਸ ਦੇ ਵਿੱਚ ਚੱਲ ਰਿਹਾ ਮਤਲਬ 2 ਗੱਲ ਨੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਅਲਾਉ ਕੀਤਾ ਜਾਣਾ ਹੈ ਪਲੇ ਕਰਨ ਦੇ ਲਈ। ਸੋ ਤੁਸੀਂ ਯੂਜ਼ ਕਰੋਗੇ ਇੱਥੇ ਵਰਡ ਈਦਰ। Either of these two girls is allowed to go out and play। ਆਪਣੇ ਕੋਲੇ ਪਾਰਟ ਏ ਦੇ ਵਿੱਚ ਐਰਰ ਸੀ ਤੁਸੀਂ ਯੂਜ਼ ਕਰਨਾ ਵਰਡ ਈਦਰ ਦਾ ਐਨੀ ਦਾ ਯੂਜ਼ ਨਹੀਂ ਹੋਏਗਾ। ਮੋਰ ਦੈਨ 2 ਦੇ ਸੈਂਸ ਦੇ ਵਿੱਚ ਤੁਸੀਂ ਇੱਥੇ ਜਿਹੜਾ ਐਨੀ ਵਰਡ ਯੂਜ਼ ਕਰੋਗੇ ਬਟ ਟੂ ਵਰਡ ਤੁਹਾਨੂੰ ਮੈਂਸ਼ਨ ਹੈ ਸੋ ਯੂ ਹੈਵ ਟੂ ਯੂਜ਼ ਈਦਰ ਇਨ ਕੇਸ ਆਫ ਅ ਪੋਜ਼ਿਟਿਵ ਸੈਂਟੈਂਸ। ਸੋ 5 ਨੰਬਰ ਸੈਂਟੈਂਸ ਅਗੇਨ ਤੁਸੀਂ ਚੈੱਕ ਕਰਨਾ none of these two movies was a hit। ਹਾਂਜੀ, ਤਾਂ ਤੁਸੀਂ ਚੈੱਕ ਕਰੋਗੇ ਕਿ ਆਪਣੇ ਕੋਲੇ ਸੈਂਟੈਂਸ ਪੋਜ਼ਿਟਿਵ ਚੱਲ ਰਿਹਾ ਜਾਂ ਨੈਗੇਟਿਵ। ਹੁਣ ਆਪਾਂ ਵਰਡ ਕੀ ਯੂਜ਼ ਕੀਤਾ ਨਨ ਚੈੱਕ ਕੀਤਾ ਨਨ ਵਰਡ ਕਿਹਦੇ ਵਾਸਤੇ ਯੂਜ਼ ਕੀਤਾ ਜਾਂਦਾ ਨੈਗੇਟਿਵ ਫਾਰਮ ਦੇ ਲਈ। ਸੋ ਸੈਂਟੈਂਸ ਕੀ ਹੋ ਗਿਆ ਆਪਣਾ ਨੈਗੇਟਿਵ ਹੋ ਗਿਆ। ਆਪਾਂ ਯੂਜ਼ ਕਰਾਂਗੇ ਹੁਣ ਅੱਗੇ ਦੇਖਾਂਗੇ ਕਿ ਦੋ ਚੀਜ਼ਾਂ ਦੀ ਗੱਲ ਹੋ ਰਹੀ ਹੈ ਸੋ 2 ਤੋਂ ਜ਼ਿਆਦਾ ਦੀ। ਤਾਂ ਆਪਣੇ ਕੋਲੇ ਮੈਂਸ਼ਨ ਹੈ ਵਰਡ ਟੂ ਮੂਵੀਜ਼। ਸੋ 2 ਦੀ ਗੱਲ ਕੀਤੀ ਜਾ ਰਹੀ ਹੈ ਤਾਂ ਤੁਸੀਂ ਈਦਰ ਤੇ ਨੀਦਰ ਦੇ ਵਿੱਚੋਂ ਕੋਈ ਇੱਕ ਚੀਜ਼ ਚੂਜ਼ ਕਰੋਗੇ। ਸੈਂਟੈਂਸ ਨੈਗੇਟਿਵ ਹੈ ਸੋ ਯੂ ਹੈਵ ਟੂ ਪ੍ਰੈਫਰ ਦ ਵਰਡ ਨੀਦਰ। ਨੀਦਰ ਇੱਥੇ ਜਿਹੜਾ ਤੁਸੀਂ ਯੂਜ਼ ਕਰਨਾ ਹੈ ਨੀਦਰ ਆਫ ਥੀਸ ਟੂ ਮੂਵੀਜ਼ ਵਾਸ ਅ ਹਿੱਟ। ਏ ਪਾਰਟ ਦੇ ਵਿੱਚ ਜਿਹੜੀ ਤੁਹਾਡੀ ਐਰਰ ਸੀ। ਹੁਣ ਤੁਹਾਨੂੰ ਕੀ ਕਨਸੈਪਟ ਹੈ ਜਿਹੜਾ ਕੁਐਸਚਨ ਤੋਂ ਪਤਾ ਲੱਗਿਆ ਕਿ ਈਦਰ ਤੇ ਨੀਦਰ ਦਾ ਯੂਜ਼ ਕੀਤਾ ਜਾਂਦਾ ਜਦੋਂ ਤੁਸੀਂ 2 ਚੀਜ਼ਾਂ ਦੀ ਗੱਲ ਕਰ ਰਹੇ ਹੋ। 2 ਦੇ ਵਿੱਚੋਂ ਇੱਕ ਚੂਜ਼ ਕੀਤੀ ਜਾ ਰਹੀ ਹੈ ਜਾਂ ਨਹੀਂ ਕੀਤੀ ਜਾ ਰਹੀ ਉਹ ਚੀਜ਼ਾਂ ਤੁਹਾਨੂੰ ਦੱਸ ਦੇਗੀ ਕਿ ਤੁਸੀਂ ਈਦਰ ਦਾ ਯੂਜ਼ ਕਰਨਾ ਹੈ ਕਿ ਨੀਦਰ ਦਾ ਯੂਜ਼ ਕਰਨਾ ਹੈ। ਸੈਂਟੈਂਸ ਪੋਜ਼ਿਟਿਵ ਹੈ ਤੁਸੀਂ ਈਦਰ ਯੂਜ਼ ਕਰੋਗੇ। ਸੈਂਟੈਂਸ ਨੈਗੇਟਿਵ ਹੈ ਤੁਸੀਂ ਨੈਗੇਟਿਵ ਵਰਡ ਦੇ ਵਿੱਚ ਨੀਦਰ ਨੂੰ ਯੂਜ਼ ਕਰਨਾ ਹੈਗਾ। ਨੈਕਸਟ ਤੁਹਾਡੇ ਕੋਲੇ ਵਰਡ ਸੀ ਜਿਵੇਂ ਨਨ ਐਨੀ ਤੇ ਵਨ ਆਪਾਂ ਡਿਸਕਸ ਕੀਤੇ ਜਦੋਂ ਤੁਹਾਡੇ ਕੋਲੇ 2 ਤੋਂ ਜ਼ਿਆਦਾ ਚੀਜ਼ਾਂ ਦੀ ਗੱਲ ਹੋ ਰਹੀ ਹੈ 2 ਤੋਂ ਜ਼ਿਆਦਾ ਪਰਸਨਸ ਦੀ ਗੱਲ ਹੋ ਰਹੀ ਹੈ ਮੋਰ ਦੈਨ 2 ਦੀ ਗੱਲ ਕੀਤੀ ਜਾ ਰਹੀ ਹੈ ਤੇ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਚੀਜ਼ ਚੂਜ਼ ਕਰਨੀ ਦੈਟ ਇਜ਼ ਵਨ ਆਊਟ ਆਫ ਮੈਨੀ ਦਾ ਜਿਹੜਾ ਸੈਂਸ ਤੁਹਾਡੇ ਕੋਲ ਸੈਂਟੈਂਸ ਬਣ ਰਿਹਾ ਤਾਂ ਤੁਸੀਂ ਯੂਜ਼ ਕਰੋਗੇ ਵਰਡ ਵਨ ਐਂਡ ਔਰ ਨਨ ਦਾ। ਅਗੇ ਤੁਸੀਂ ਚੈੱਕ ਕਰੋਗੇ ਸੈਂਟੈਂਸ ਪੋਜ਼ਿਟਿਵ ਜਾਂ ਨੈਗੇਟਿਵ। ਪੋਜ਼ਿਟਿਵ ਕੇਸ ਦੇ ਵਿੱਚ ਜਿਵੇਂ ਤੁਸੀਂ ਐਨੀ ਵਰਡ ਯੂਜ਼ ਕਰ ਸਕਦੇ ਹੋ ਤੇ ਨੈਗੇਟਿਵ ਦੇ ਵਿੱਚ ਤੁਸੀਂ ਨਨ ਦਾ ਯੂਜ਼ ਹੈ ਜਿਹੜਾ ਉੱਥੇ ਕਰ ਸਕਦੇ ਹੋ। ਹਾਂਜੀ, ਆਈ ਥਿੰਕ ਤੁਹਾਡਾ ਜਿਹੜਾ ਐਨੀ ਵਨ ਨਨ ਈਦਰ ਤੇ ਨੀਦਰ ਦਾ ਕਨਸੈਪਟ ਕਲੀਅਰ ਹੋਇਆ ਹੋਏਗਾ ਕਿ ਕਿਵੇਂ ਆਪਾਂ ਇਹਨਾਂ ਨੂੰ ਯੂਜ਼ ਕਰਨਾ ਹੈ। ਹਾਂਜੀ, ਤਾਂ ਨੈਕਸਟ ਕਨਸੈਪਟ ਹੈ ਤੁਹਾਡੇ ਕੋਲ ਵਰਡ ਈਚ ਆਫ ਈਦਰ ਆਫ ਨੀਦਰ ਆਫ। ਅਗੇਨ ਆਪਣੇ ਕੋਲ ਜੇ ਇਹ ਵਾਲੀ ਸਟਰਕਚਰ ਤੁਹਾਨੂੰ ਸੈਂਟੈਂਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿਸੇ ਵੀ ਸੈਂਟੈਂਸ ਵਿੱਚ ਜੇ ਈਚ ਆਫ ਨਾਲ ਯੂਜ਼ ਕੀਤਾ ਹੋਇਆ ਈਦਰ ਆਫ ਦਾ ਯੂਜ਼ ਕੀਤਾ ਜਾਂ ਫਿਰ ਨੀਦਰ ਆਫ ਦਾ ਯੂਜ਼ ਕੀਤਾ ਤਾਂ ਅੱਗੇ ਤੁਸੀਂ ਕੀ ਚੈੱਕ ਕਰੋਗੇ ਕਿ ਸਟਰਕਚਰ ਦੇ ਵਿੱਚ ਜਿਹੜੇ ਨਾਉਨ ਦਾ ਪ੍ਰਨਾਉਨ ਤੁਸੀਂ ਯੂਜ਼ ਕਰ ਰਹੇ ਹੋ ਪਲੂਰਲ ਫਾਰਮ ਦੇ ਵਿੱਚ ਹੋਣਗੇ। ਈਚ ਆਫ ਈਦਰ ਆਫ ਨੀਦਰ ਆਫ ਦੀ ਫਾਰਮ ਦੇ ਵਿੱਚ ਜੇ ਤੁਸੀਂ ਚੈੱਕ ਕਰੋਗੇ ਤਾਂ ਨਾਉਨ ਤੇ ਪ੍ਰਨਾਉਨ ਤੁਹਾਨੂੰ ਪਲੂਰਲ ਫਾਰਮ ਦੇ ਵਿੱਚ ਮਿਲਣਗੇ ਬਟ ਜਿਹੜੀ ਵਰਬ ਹੋਏਗੀ ਉਹ ਤੁਹਾਡੀ ਕੀ ਹੋਏਗੀ ਸਿੰਗੂਲਰ ਫਾਰਮ ਦੇ ਵਿੱਚ ਹੈ ਜਿਹੜੀ ਤੁਸੀਂ ਯੂਜ਼ ਕਰਨੀ ਹੈ। ਵਰਬ ਸਿੰਗੂਲਰ ਬਟ ਨਾਉਨ ਪ੍ਰਨਾਉਨ ਕੀ ਹੋਣਗੇ ਤੁਹਾਡੇ ਪਲੂਰਲ ਹੋਣਗੇ। ਵਰਬ ਸਿੰਗੂਲਰ ਨਾਉਨ ਪ੍ਰਨਾਉਨ ਪਲੂਰਲ। ਤਾਂ ਜਿਹੜਾ ਕਨਸੈਪਟ ਹੈ ਤੁਸੀਂ ਯਾਦ ਕਰਨਾ ਈਚ ਆਫ ਈਦਰ ਆਫ ਨੀਦਰ ਆਫ ਦੇ ਕੇਸ ਦੇ ਵਿੱਚ ਨਾਉਨ ਪ੍ਰਨਾਉਨ ਪਲੂਰਲ ਫਾਰਮ ਦੇ ਵਿੱਚ ਹੁੰਦੇ ਆ ਬਟ ਜਿਹੜੀ ਵਰਬ ਹੁੰਦੀ ਹੈ ਤੁਸੀਂ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕਰਨੀ ਹੁੰਦੀ ਹੈ ਉਹ ਤੁਹਾਡੀ ਪਲੂਰਲ ਫਾਰਮ ਦੇ ਵਿੱਚ ਨਹੀਂ ਹੋਏਗੀ। ਚੈੱਕ ਕਰਦੇ ਹਾਂ ਬਾਈ ਯੂਜ਼ਿੰਗ ਸਮ ਐਗਜ਼ਾਮਪਲਸ ਔਰ ਕੁਐਸਚਨਸ। ਹਾਂਜੀ,
सिक्स नंबर क्वेश्चन अगेन अपना जो कंसैप्ट आप पिछे डिस्कस किया है ईच ऑफ ईदर ऑफ नीदर ऑफ अपन किते भी देखने को मिल रहा है तो उस तो बाद की होगा ਤੁਹਾਡੇ ਕੋਲੇ प्लूरल नाउन ਜਾਂ pronoun ਦਾ यूज ਕੀਤਾ ਹੋਇਆ ਹੋਏਗਾ ਸੈਕਿੰਡ ਚੀਜ਼ ਕੀ ਹੋਏਗੀ ਉਹਦੇ ਨਾਲ ਸਿੰਗੂਲਰ ਵਰਬ ਹੈ ਜਿਹੜੀ ਆਪਾਂ ਯੂਜ਼ ਕਰਾਂਗੇ ਸਿਕਸ ਨੰਬਰ ਸੈਂਟੈਂਸ ਚੈੱਕ ਕਰੋ ਤੇ ਕਿਹੜਾ ਵਰਡ ਹੈ ਜਿਹੜਾ ਤੁਹਾਡੇ ਕੋਲੇ ਯੂਜ਼ ਕੀਤਾ ਹੈ ਈਚ ਆਫ ਆਪਣਾ ਉਸ ਲਿਸਟ ਦੇ ਵਿੱਚ ਸੀ ਈਚ ਆਫ ਈਦਰ ਆਫ ਨੀਦਰ ਆਫ ਕਿੰਨੀ ਵਰਡ ਸੀ ਜਿਹੜੇ ਆਪਾਂ ਡਿਸਕਸ ਕੀਤੇ ਸੋ ਈਚ ਆਫ ਦਾ ਯੂਜ਼ ਕੀਤਾ ਹੈ ਅੱਗੇ ਚੈੱਕ ਕਰੋਗੇ ਪਲੂਰਲ ਫਾਰਮ ਯੂਜ਼ ਕੀਤੀ ਹੈ ਦ ਸਟੂਡੈਂਟਸ ਹਾਂਜੀ ਪਲੂਰਲ ਫਾਰਮ ਵੀ ਯੂਜ਼ ਕੀਤੀ ਹੈ ਨੈਕਸਟ ਚੈੱਕ ਕਰੋਗੇ ਕਿ verb ਆਪਣੇ ਕੋਲੇ ਸਿੰਗੂਲਰ ਹੈ ਜਾਂ ਪਲੂਰਲ ਹੈ ਇੱਥੇ verb ਕੀ ਯੂਜ਼ ਕੀਤੀ ਹੋਈ ਹੈ ਤੁਸੀਂ ਪਲੂਰਲ ਫਾਰਮ ਦੇ ਵਿੱਚ ਯੂਜ਼ ਕੀਤੀ ਹੈ ਤਾਂ ਆਪਾਂ ਡਿਸਕਸ ਕੀ ਕੀਤਾ ਕਿ verb ਤੁਹਾਡੀ ਜਿਹੜੀ ਸਿੰਗੂਲਰ ਫਾਰਮ ਦੇ ਵਿੱਚ ਆਉਣੀ ਚਾਹੀਦੀ ਹੈ ਹਾਂਜੀ ਈਚ ਆਫ ਈਦਰ ਆਫ ਨੀਦਰ ਆਫ ਨਾਮ ਪਰ ਨਾਮ ਪਲੂਰਲ ਫਾਰਮ ਦੇ ਵਿੱਚ ਹੋਣਗੇ ਬਟ verb ਹੈ ਜਿਹੜੀ ਉਹ ਸਿੰਗੂਲਰ ਫਾਰਮ ਦੇ ਵਿੱਚ ਹੋਏਗੀ ਸੋ ਤੁਹਾਡੀ ਐਰਰ ਕਿੱਥੇ ਆ ਗਈ ਬੀ ਪਾਰਟ ਦੇ ਵਿੱਚ ਤੁਸੀਂ ਵਰ ਦਾ ਯੂਜ਼ ਇੱਥੇ ਨਹੀਂ ਕਰੋਗੇ ਤੁਹਾਡੇ ਕੋਲੇ ਵਾਸ ਦਾ ਯੂਜ਼ ਹੋਏਗਾ ਬਿਕਾਜ਼ verb ਹੈ ਜਿਹੜੀ ਤੁਹਾਡੀ ਸਿੰਗੂਲਰ ਫਾਰਮ ਦੇ ਵਿੱਚ ਆਏਗੀ ਇਨ ਕੇਸ ਜੇ ਤੁਹਾਡੇ ਕੋਲੇ ਯੂਜ਼ ਕੀਤਾ ਹੋਇਆ ਵਰਡ ਈਚ ਆਫ ਨੀਦਰ ਆਫ ਔਰ ਈਦਰ ਆਫ ਹਾਂਜੀ ਤਾਂ 7 ਨੰਬਰ ਸੈਂਟੈਂਸ ਜਿਹੜਾ ਤੁਸੀਂ ਚੈੱਕ ਕਰਨਾ ਹੈ ਅਗੇਨ ਤੁਹਾਡੇ ਕੋਲ ਚੈੱਕ ਕਰੋਗੇ ਤੁਸੀਂ ਕਿ ਸਟਰਕਚਰ ਦੇ ਵਿੱਚ ਤੁਹਾਡੇ ਕੋਲ ਈਚ ਆਫ ਨੀਦਰ ਆਫ ਦੇ ਵਿੱਚ ਕੋਈ ਵਰਡ ਯੂਜ਼ ਕੀਤਾ ਹੈ ਹਾਂਜੀ ਮੈਨੂੰ ਮਿਲ ਗਿਆ ਕਿ ਨੀਦਰ ਆਫ ਦਾ ਯੂਜ਼ ਕੀਤਾ ਹੈ ਅੱਗੇ ਚੈੱਕ ਕਰੋਗੇ ਕਿ ਯੂਜ਼ ਕੀਤਾ ਹੋਇਆ ਨਾਮ ਜਾਂ ਪਰ ਨਾਮ ਤੁਹਾਡਾ ਪਲੂਰਲ ਕੈਟਾਗਰੀ ਦਾ ਹੈ ਦਾ ਗਰਲਸ ਹਾਂਜੀ ਇਹ ਵੀ ਪਲੂਰਲ ਹੈ ਇਟ ਮੀਨਸ ਨੀਦਰ ਆਫ ਦੇ ਨਾਲ ਪਲੂਰਲ ਫਾਰਮ ਚੱਲ ਰਹੀ ਹੈ ਇਹ ਵੀ ਸਹੀ ਹੈ ਨੈਕਸਟ ਚੀਜ਼ ਜਿਹੜੀ ਤੁਸੀਂ ਚੈੱਕ ਕਰਨੀ ਹੈ ਕਿ ਬਹੁਤ ਤੁਹਾਡੀ ਸਿੰਗੂਲਰ ਹੈ ਜਾਂ ਪਲੂਰਲ ਹੈ ਚੈੱਕ ਕਰੋ ਨੋ ਵਟ ਦਾ ਐਕਚੁਅਲ ਫੈਕਟਸ ਆਰ ਹੁਣ ਇੱਥੇ ਆਪਣਾ ਵਰਡ ਯੂਜ਼ ਕੀਤਾ ਹੈ ਆਰ ਆਰ ਕੀ ਹੈ ਪਲੂਰਲ ਵਰਬ ਹੈ ਬਟ ਤੁਸੀਂ ਯੂਜ਼ ਕਰਨੀ ਹੁੰਦੀ ਹੈ ਈਦਰ ਆਫ ਈਚ ਆਫ ਦੇ ਕੇਸ ਦੇ ਵਿੱਚ ਨਾਉਨ ਪਲੂਰਲ ਪ੍ਰਨਾਉਨ ਪਲੂਰਲ ਬਟ ਜਿਹੜੀ ਵਰਬ ਹੋਗੀ ਸਿੰਗੂਲਰ ਤਾਂ ਤੁਸੀਂ ਇਸ ਦਾ ਯੂਜ਼ ਕਰੋਗੇ ਕਿਉਂਕਿ ਤੁਸੀਂ ਆਰ ਦਾ ਯੂਜ਼ ਨਹੀਂ ਕਰੋਗੇ ਸੀ ਪਾਰਟ ਦੇ ਵਿੱਚ ਐਰਰ ਹੈ ਤੁਹਾਡੇ ਕੋਲ ਐਰਰ ਕੀ ਹੈ ਆਰ ਦਾ ਯੂਜ਼ ਨਹੀਂ ਹੋਏਗਾ ਇਸ ਦਾ ਯੂਜ਼ ਹੋਏਗਾ ਸਿੰਗੂਲਰ ਵਰਬ ਹੈ ਜਿਹੜੀ ਤੁਸੀਂ ਯੂਜ਼ ਕਰਨੀ ਹੈ ਜਦੋਂ ਤੁਹਾਡੇ ਕੋਲ ਈਚ ਆਫ ਈਦਰ ਆਫ ਨੀਦਰ ਆਫ ਦਾ ਯੂਜ਼ ਕੀਤਾ ਹੋਇਆ ਹੈ then you have to use the plural form of noun or pronoun and the last singular verb ਹੈ ਜਿਹੜੀ ਤੁਸੀਂ ਯੂਜ਼ ਕਰਨੀ ਹੈ ਆਈ ਥਿੰਕ ਤੁਹਾਡਾ 6 ਤੇ 7 ਨੰਬਰ ਕੁਐਸਚਨ ਕਲੀਅਰ ਹੋਇਆ ਹੋਵੇਗਾ ਪਲੱਸ ਤੁਹਾਡਾ ਜਿਹੜਾ ਕਨਸੈਪਟ ਹੈ ਈਚ ਆਫ ਈਦਰ ਆਫ ਨਾਉਨ ਪਰ ਨਾਮ ਪਲੂਰਲ ਫਾਰਮ ਐਂਡ ਵਰਬ ਸਿੰਗੂਲਰ ਫਾਰਮ ਇਹਨਾਂ ਕੁਐਸਚਨਸ ਤੋਂ ਤੁਸੀਂ ਇਹ ਜਿਹੜੀ ਉਹ ਚੰਗੀ ਤਰ੍ਹਾਂ ਸਮਝਣੀ ਹੋਏਗੀ ਨੈਕਸਟ ਤੁਹਾਡੇ ਕੋਲੇ ਕਨਸੈਪਟ ਹੈ ਜੀ ਕੰਪਾਊਂਡ ਪ੍ਰਨਾਉਂਸ ਦਾ ਹੁਣ ਕੰਪਾਊਂਡ ਪ੍ਰਨਾਉਨ ਹੁੰਦੀ ਕੀ ਕੰਪਾਊਂਡ ਪ੍ਰਨਾਉਨ ਤਾਂ ਕੰਪਾਊਂਡ ਪ੍ਰਨਾਉਨ ਜਿਵੇਂ ਆਪਾਂ ਪਿੱਛੇ ਡਿਸਕਸ ਕੀਤੇ ਸੀ ਕੁਝ ਕੰਪਾਊਂਡ ਨਾਉਂਸ ਕੀਤੇ ਸੀ ਨਾ ਤਾਂ ਹੁਣ ਜਦੋਂ ਦੋ ਜਾਂ ਜ਼ਿਆਦਾ ਕਿਸੇ ਚੀਜ਼ਾਂ ਨੂੰ ਆਪਾਂ ਇਕੱਠਾ ਕਰਕੇ ਯੂਜ਼ ਕਰ ਲੈਂਦੇ ਹਾਂ ਤਾਂ ਉਹਨਾਂ ਨੂੰ ਕੰਪਾਊਂਡ ਨਾਉਨ ਕਹਿ ਦਿੰਦੇ ਸੀ ਹੁਣ ਇੱਥੇ ਤੁਹਾਡੇ ਕੋਲ ਕੁਝ ਕੰਪਾਊਂਡ ਪ੍ਰਨਾਉਨ ਦਿੱਤੇ ਹੋਏ ਆ ਆਪਾਂ ਇੱਕ ਵਾਰ ਇਹਨਾਂ ਦੇ ਮੀਨਿੰਗ ਦੇਖਾਂਗੇ ਕਿ ਹੂ ਐਵਰ ਦਾ ਮੀਨਿੰਗ ਕੀ ਹੁੰਦਾ ਹੂ ਐਵਰ ਦਾ ਮੀਨਿੰਗ ਹੁੰਦਾ ਹੈ ਜੋ ਕੋਈ ਵੀ ਅਗੇਨ ਹੂਮ ਐਵਰ ਦਾ ਵੀ ਤੁਸੀਂ ਸੇਮ ਹੀ ਕਰ ਰਹੇ ਹੋ ਜੋ ਕੋਈ ਵੀ ਬਟ ਡਿਫਰੈਂਸ ਕੀ ਹੈ ਹੂ ਐਵਰ ਦਾ ਯੂਜ਼ ਕੀਤਾ ਜਾਂਦਾ ਹੈ ਫॉर ਸਬਜੈਕਟ ਫਾਰਮ ਐਂਡ ਹੂਮ ਐਵਰ ਦਾ ਯੂਜ਼ ਕੀਤਾ ਜਾਂਦਾ ਹੈ ਫॉर ਆਬਜੈਕਟ ਫਾਰਮ ਦੇ ਲਈ ਵਟ ਐਵਰ ਦਾ ਯੂਜ਼ ਕਰਦੇ ਹੋ ਜੀ ਤੁਸੀਂ ਜੋ ਕੁਝ ਵੀ ਦੇ ਲਈ ਵਿਚ ਐਵਰ ਦਾ ਯੂਜ਼ ਕੀਤਾ ਜਾਂਦਾ ਹੈ ਅਗੇਨ ਤੁਹਾਡਾ ਸੇਮ ਹੀ ਜੋ ਕੁਝ ਵੀ ਜਾਂ ਜਿਵੇਂ ਕਿਵੇਂ ਵੀ ਕਹਿ ਸਕਦੇ ਹੋ ਤੁਸੀਂ ਵੈਨ ਐਵਰ ਜਿੱਥੇ ਕਿਤੇ ਵੀ ਵੇਅਰ ਐਵਰ ਅਗੇਨ ਜਦੋਂ ਤੁਸੀਂ ਕਹਿਣਾ ਹੋਵੇ ਜਿੱਥੇ ਕਿਤੇ ਵੀ ਤੇ ਹਾਊ ਐਵਰ ਦਾ ਮੀਨਿੰਗ ਹੁੰਦਾ ਹੈ ਜਿਵੇਂ ਵੀ ਜਾਂ ਫਿਰ ਜਿੰਨਾ ਵੀ ਤੇ ਤੁਸੀਂ ਜਿਹੜਾ ਆਪਣੇ ਕੋਲੇ ਵੈਨ ਐਵਰ ਵਰਡ ਹੈ ਦਾ ਮੀਨਿੰਗ ਜਦੋਂ ਵੀ ਲੈ ਸਕਦੇ ਹੋ ਜਦੋਂ ਵੀ ਵੈਨਐਵਰ ਦਾ ਮੀਨਿੰਗ ਜਦੋਂ ਵੀ ਹੁੰਦਾ ਹੈ ਤੇ ਜਿੱਥੇ ਕਿਤੇ ਵੀ ਆਪਾਂ ਜਿਹੜਾ ਹੈ ਯੂਜ਼ ਕਰ ਲੈਂਦੇ ਹਾਂਜੀ ਇਹ ਸੀ ਇਹਨਾਂ ਦੇ ਥੋੜੇ ਥੋੜੇ ਮੀਨਿੰਗ ਹੂਐਵਰ ਹੂਮਐਵਰ ਵਟਐਵਰ ਵਿਚਐਵਰ ਵੈਨਐਵਰ ਵੇਅਰਐਵਰ ਐਂਡ ਹਾਊ ਐਵਰ ਅਗੇਨ ਤੁਹਾਡੇ ਕੋਲੇ ਇਹਨਾਂ ਦਾ ਹੀ ਯੂਜ਼ ਜਦੋਂ ਤੁਸੀਂ ਯੂਜ਼ ਕਰਨਾ ਹੋਵੇ ਇਹਨਾਂ ਨੂੰ ਥੋੜਾ ਜਿਹਾ ਕਹਿੰਦੇ ਜੋਰ ਦੇ ਕੇ ਕੁਝ ਕਿਸੇ ਨੂੰ ਕੁਝ ਕਹਿਣਾ ਹੋਵੇ ਤਾਂ ਤੁਸੀਂ ਵਿਚਾਲੇ ਵਰਡ ਹੈ ਜਿਹੜਾ ਸੋ ਯੂਜ਼ ਕਰ ਲੈਂਦੇ ਹੋ ਜਿਵੇਂ ਇੱਥੇ ਆਪਾਂ ਯੂਜ਼ ਕੀਤਾ ਹੂਐਵਰ ਸੀ ਹੂਐਵਰ ਨੂੰ ਜੇ ਤੁਸੀਂ ਇੰਫਾਸਾਈਜ਼ ਕਰਕੇ ਕਹਿਣਾ ਹੋਵੇ ਟੂ emphasize ਮਤਲਬ ਕਿਸੇ ਚੀਜ਼ ਦੇ ਉੱਤੇ ਜ਼ੋਰ ਦੇ ਕੇ ਤੁਸੀਂ ਕਹਿ ਰਹੇ ਹੋ ਤਾਂ ਤੁਸੀਂ ਯੂਜ਼ ਕਰੋਗੇ ਸੋ ਦਾ ਹੁਣ ਸੋ ਦਾ ਯੂਜ਼ ਕਿੱਥੇ ਹੋ ਰਿਹਾ ਹੈ ਹੂ ਤੇ ਐਵਰ ਦੇ ਵਿਚਕਾਰ ਹੂ ਸੋ ਐਵਰ whom ਐਵਰ ਤਾਂ ਅਗੇਨ ਤੁਸੀਂ ਯੂਜ਼ ਕਰੋਗੇ ਵਰਡ ਸੋ ਇੱਥੇ whom so ਐਵਰ ਹੋ ਜਾਏਗਾ ਬਟ ਐਵਰ ਦਾ ਯੂਜ਼ ਕੀਤਾ ਜਾ ਰਿਹਾ ਫॉर ਆਪਾਂ ਕਿਸੇ ਚੀਜ਼ ਨੂੰ ਐਮਫਸਾਈਜ਼ ਕਰਕੇ ਕਹਿ ਰਹੇ ਹਾਂ ਤਾਂ ਤੁਸੀਂ ਬਟ ਸੋ ਐਵਰ ਯੂਜ਼ ਕਰੋਗੇ ਵਿਚ ਐਵਰ ਦਾ ਯੂਜ਼ ਕੀਤਾ ਜਾ ਰਿਹਾ ਐਮਫਸਾਈਜ਼ ਲਈ ਯੂਜ਼ ਕਰ ਰਹੇ ਹੋ ਤਾਂ ਵਿਚ ਸੋ ਐਵਰ ਦਾ ਯੂਜ਼ ਕਰੋਗੇ ਵੈਨ ਐਵਰ ਦਾ ਯੂਜ਼ ਕੀਤਾ ਜਾ ਰਿਹਾ ਫॉर ਐਮਫਸਾਈਜ਼ ਤੁਸੀਂ ਕਹਿ ਲਓ ਸਿੰਪਲ ਐਮਫਸਾਈਜ਼ ਕਰਨ ਲਈ ਕਹਿ ਰਹੇ ਹੋ ਤਾਂ ਤੁਸੀਂ ਫੇਰ ਯੂਜ਼ ਕਰੋਗੇ ਵੈਨ ਸੋ ਐਵਰ ਦਾ ਵੇਅਰ ਐਵਰ ਦਾ ਯੂਜ਼ ਕੀਤਾ ਜਾ ਰਿਹਾ ਐਮਫਸਾਈਜ਼ ਕਰ ਰਹੇ ਹੋ ਤਾਂ ਤੁਸੀਂ ਵੇਅਰ ਸੋ ਐਵਰ ਦਾ ਯੂਜ਼ ਕਰੋਗੇ ਹਾਊ ਐਵਰ ਦਾ ਯੂਜ਼ ਕੀਤਾ ਜਾ ਰਿਹਾ ਐਮਫਸਾਈਜ਼ ਲਈ ਕਰ ਰਹੇ ਹੋ ਤਾਂ ਤੁਸੀਂ ਹਾਊ ਸੋ ਐਵਰ ਹੈ ਜਿਹੜਾ ਵਰਡ ਯੂਜ਼ ਕਰੋਗੇ ਹਾਂਜੀ ਤਾਂ ਵੇਅਰ ਐਵਰ ਦੇ ਜਿਹੜੇ ਆਪਣੇ ਕੋਲੇ ਸਪੈਲਿੰਗ ਮਿਸਟੇਕ ਬਹੁਤ ਜ਼ਿਆਦਾ ਹੁੰਦੀ ਹੈ ਕਿ ਕੁਝ ਸਟੂਡੈਂਟ ਹੈ ਜਿਹੜੇ ਕੀ ਯੂਜ਼ ਕਰਦੇ ਆ ਵੇਅਰ
ਐਵਰ ਵਰਡ ਯੂਜ਼ ਕਰਦੇ ਡਬਲ ਈ ਹੈ ਜਿਹੜੀ ਇੱਥੇ ਯੂਜ਼ ਨਹੀਂ ਹੁੰਦੀ ਤੁਸੀਂ ਸਿੰਗਲ ਈ ਦਾ ਯੂਜ਼ ਕਰਨਾ ਹੈ ਬਟ ਜਦੋਂ ਤੁਹਾਡੇ ਕੋਲੇ ਸੋ ਵਰਡ ਐਡ ਹੋ ਗਿਆ ਤਾਂ ਤੁਹਾਡੇ ਕੋਲੇ ਇਹਦੇ ਵਿੱਚ ਡਬਲ ਈ ਹੀ ਯੂਜ਼ ਹੋਊਗੀ ਬੇਅਰ ਸੋ ਐਵਰ ਵਰਡ ਯੂਜ਼ ਕੀਤਾ ਜਾਊਗਾ ਆ ਚੀਜ਼ ਹੈ ਜਿਹੜੀ ਤੁਸੀਂ ਨੋਟ ਕਰ ਸਕਦੇ ਹੋ ਕਿ ਬੇਅਰ ਐਵਰ ਹੈ ਜਿਹੜਾ ਤੁਹਾਡੇ ਕੋਲੇ ਡਬਲ ਈ ਨਹੀਂ ਪੈਂਦੀ ਸਿੰਗਲ ਈ ਦਾ ਯੂਜ਼ ਤੁਸੀਂ ਕਰਦੇ ਹੋ ਬਟ ਬੇਅਰ ਸੋ ਐਵਰ ਦੇ ਵਿੱਚ ਵੀ ਤੁਹਾਡੇ ਕੋਲੇ ਡਬਲ ਈ ਹੈ ਜਿਹੜੀ ਪੈਂਦੀ ਹੈ ਬੇਅਰ ਦੇ ਵਿੱਚ ਵੀ ਤੇ ਅੱਗੇ ਸੋ ਤੋਂ ਬਾਅਦ ਤੁਹਾਡਾ ਐਵਰ ਹੈ ਜਿਹੜਾ ਵਰਡ ਉਹ ਵੀ ਈ ਦੇ ਨਾਲ ਹੀ ਹੈ ਜਿਹੜਾ ਉਹ ਸਟਾਰਟ ਹੋਊਗਾ ਹਾਂਜੀ ਤਾਂ whoever whomever whatever whichever whenever wherever and however ਦਾ use ਜੇ ਤੁਸੀਂ ਕਿਸੇ ਚੀਜ਼ ਨੂੰ emphasize ਕਰਕੇ ਕਹਿ ਰਹੇ ਹੋ ਜ਼ੋਰ ਦੇ ਕੇ ਕਹਿ ਰਹੇ ਹੋ ਕਿਸੇ ਚੀਜ਼ ਨੂੰ ਮਾਸਟਰ ਕਰਨ ਦੇ ਲਈ ਕਹਿ ਰਹੇ ਹੋ ਤਾਂ ਤੁਸੀਂ use ਕਰ ਸਕਦੇ ਹੋ so ਦੇ ਨਾਲ whosoever whomsoever whatsoever whichsoever whensoever wheresoever and howsoever ਦਾ use ਹੈ ਜਿਹੜਾ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਨੈਕਸਟ ਤੁਹਾਡੇ ਕੋਲੇ ਅਗੇਨ ਤੁਹਾਨੂੰ ਜੇ ਪਤਾ ਦੱਸਣ ਨੂੰ ਕਿਹਾ ਜਾਵੇ ਕਿ ਇਹਦਾ ਮੀਨਿੰਗ ਕੀ ਹੋਇਆ ਜਿਵੇਂ ਆਪਾਂ ਵਰਡ ਯੂਜ਼ ਕੀਤਾ however whoever ਦਾ ਮੀਨਿੰਗ ਕੀ ਹੈ whoever ਦਾ ਮੀਨਿੰਗ ਕੀ ਹੈ anyone who ਇਹਦਾ ਮੀਨਿੰਗ ਹੈ ਜੀ anyone who ਤਾਂ ਇੱਕ ਚੀਜ਼ ਤੁਹਾਨੂੰ ਇੱਥੇ ਹੋਰ ਕਲੀਅਰ ਕਰ ਦਿੱਤੀ ਜਾਵੇ ਕਿ whoever whomever whichever ਤੇ whatever ਹੈ ਜਿਹੜੇ ਇਹਨਾਂ ਨੂੰ ਐਂਟੀਸੀਡੈਂਟ ਦੀ ਲੋੜ ਨਹੀਂ ਪੈਂਦੀ no need of antecedent before these compound nouns ਇਹਨਾਂ ਕੰਪਾਊਂਡ ਪ੍ਰੋਨਾउंस ਦੇ ਲਈ ਤੁਹਾਨੂੰ ਐਂਟੀਸੀਡੈਂਟ ਦੀ ਲੋੜ ਹੈ ਜਿਹੜੀ ਨਹੀਂ ਪੈਂਦੀ ਹੁਣ ਐਂਟੀਸੀਡੈਂਟ ਕੀ ਹੁੰਦਾ ਹੈ ਮੈਂ ਤੁਹਾਨੂੰ ਇਹ ਕੁਐਸਚਨ ਤੋਂ ਕਲੀਅਰ ਕਰੂੰਗੀ ਹਾਂਜੀ ਤਾਂ ਹੁਣ ਅੱਗੇ ਤੁਹਾਡੇ ਕੋਲੇ ਜਿਹੜਾ ਐਨੀਵਨ ਹੂ ਹੈ ਇੱਥੇ ਤੁਹਾਡੇ ਕੋਲੇ ਵਰਡ ਜਿਹੜਾ ਐਨੀਵਨ ਹੈ ਹੂ ਤੋਂ ਪਹਿਲਾਂ ਯੂਜ਼ ਕੀਤਾ ਹੋਇਆ ਇਹ ਐਂਟੀਸੀਡੈਂਟ ਹੈ ਐਂਟੀਸੀਡੈਂਟ ਦਾ ਮਤਲਬ ਹੁੰਦਾ ਹੈ ਕਿਸੇ ਵਰਡ ਨੂੰ ਪਹਿਲਾਂ ਜਿਹੜਾ ਯੂਜ਼ ਕੀਤਾ ਹੋਇਆ ਵਰਡ ਹੈ ਉਹ ਉਹਨੂੰ ਡਿਫਾਈਨ ਕਰਿਆ ਹੁੰਦਾ ਹੈ ਸੋ ਉਹਨੂੰ ਆਪਾਂ ਐਂਟੀਸੀਡੈਂਟ ਕਹਿ ਦਿੰਦੇ ਹਾਂ ਬੇਸਿਕ ਲੈਂਗੁਏਜ ਦੇ ਵਿੱਚ ਉਹ ਵਰਡ ਹੁੰਦਾ ਤੁਹਾਡਾ ਐਂਟੀਸੀਡੈਂਟ ਹੁੰਦਾ ਜਿਹੜਾ ਤੁਹਾਡਾ ਅੱਗੇ ਆਉਣ ਵਾਲੇ ਵਰਡ ਨੂੰ ਡਿਫਾਈਨ ਕਰ ਰਿਹਾ ਹੁੰਦਾ ਹੁਣ ਹੂ ਐਵਰ ਹੈ ਜਿਹੜਾ ਹੂਮ ਐਵਰ ਹੈ ਵਿਚ ਐਵਰ ਹੈ ਵਟਐਵਰ ਹੈ ਇਹ ਸਾਰੇ ਕੰਪਾਊਂਡ ਪ੍ਰੋਨਾਉਨ ਆਪਾਂ ਪਿਛਲੀ ਆਪਾਂ ਜਿਹੜੀ ਆਪਣੀ ਲਿਸਟ ਸੀ ਉਹਦੇ ਵਿੱਚ ਡਿਸਕਸ ਕੀਤੇ ਹੈ ਤਾਂ ਹੁਣ ਇਹਨਾਂ ਨੂੰ ਕਿਸੇ ਨੂੰ ਵੀ ਐਂਟੀਸੀਡੈਂਟ ਦੀ ਲੋੜ ਨਹੀਂ ਹੁੰਦੀ ਜਿੱਥੇ ਤੁਹਾਡੇ ਕੋਲ ਐਂਟੀਸੀਡੈਂਟ ਮਿਸਿੰਗ ਹੈ ਤਾਂ ਤੁਸੀਂ ਹੂ ਐਵਰ ਹੂਮ ਐਵਰ ਵਿਚ ਐਵਰ ਵਟਐਵਰ ਦਾ ਯੂਜ਼ ਕਰੋਗੇ ਬਟ ਇਹਨਾਂ ਦੇ ਸੇਮ ਚੀਜ਼ ਜੇ ਤੁਸੀਂ ਯੂਜ਼ ਤੁਹਾਡੇ ਕੋਲ ਇਹ ਵਾਲੀ ਚੀਜ਼ ਨਹੀਂ ਹੈ ਮਤਲਬ ਐਂਟੀਸੀਡੈਂਟ ਹੈ ਤਾਂ ਤੁਸੀਂ ਸਿੰਪਲ ਵਰਡ ਯੂਜ਼ ਕਰ ਸਕਦੇ ਹੋ ਹੂ ਵਿਚ ਔਰ ਬਟ ਤੁਹਾਨੂੰ ਫਿਰ ਐਵਰ ਦੀ ਯੂਜ਼ ਕਰਨ ਦੀ ਲੋੜ ਨਹੀਂ ਹੁਣ ਹੂਮ ਐਵਰ ਦਾ ਮੀਨਿੰਗ ਕੀ ਹੁੰਦਾ ਹੈ anyone who whichever the anything which and whatever anything what ਇਹ ਨੇ ਜੀ ਇਹਨਾਂ ਦੇ ਮੀਨਿੰਗ ਹੁਣ ਜਿਹੜਾ ਵਰਡ ਐਨੀਵਨ ਐਨੀਥਿੰਗ ਹੈ ਇਹ ਸਾਰੇ ਕਿਨੇ ਐਂਟੀਸੀਡੈਂਟ ਨੇ ਕਿਹੜੇ ਵਰਡਸ ਦੇ ਹੂ ਵਿੱਚ ਔਰ ਬਟ ਦੇ ਬਟ ਜੇ ਤੁਹਾਡੇ ਕੋਲੇ ਐਂਟੀਸੀਡੈਂਟ ਨਹੀਂ ਹੈਗਾ ਮਤਲਬ ਤੁਹਾਡੇ ਕੋਲੇ ਸਿੰਪਲ ਐਂਟੀਸੀਡੈਂਟ ਮਿਸਿੰਗ ਹੈ ਤਾਂ ਤੁਸੀਂ ਹੂ ਐਵਰ ਦਾ ਯੂਜ਼ ਕਰੋਗੇ ਹੂਮ ਐਵਰ ਵਿਚ ਐਵਰ ਵਟ ਐਵਰ ਦਾ ਯੂਜ਼ ਕਰੋਗੇ ਬਟ ਜੇ ਤੁਹਾਡੇ ਕੋਲੇ ਐਂਟੀਸੀਡੈਂਟ ਹੈ ਆਪਾਂ ਇੱਕ ਚੀਜ਼ ਅਲੱਗ ਤੋਂ ਇੱਕ ਲਿਸਟ ਬਣਾ ਲੈਂਦੇ ਹਾਂ ਹਾਂਜੀ ਐਂਟੀਸੀਡੈਂਟ ਹੈ ਜਿਹੜਾ ਤੁਹਾਡਾ ਪ੍ਰੈਜ਼ੈਂਟ ਹੈ ਤਾਂ ਤੁਸੀਂ ਵਰਡ ਯੂਜ਼ ਕਰੋਗੇ ਸਿੰਪਲ ਹੂ whom what which when where how ਜੇ ਤੁਹਾਡੇ ਕੋਲ ਐਂਟੀਸੀਡੈਂਟ ਹੈ ਪ੍ਰੈਜ਼ੈਂਟ ਹੈ ਤਾਂ ਤੁਸੀਂ ਇਹਨਾਂ ਦਾ ਸਿੰਪਲ ਯੂਜ਼ ਕਰ ਲੈਣਾ who whom what which when where how ਬਟ ਜੇ ਐਂਟੀਸੀਡੈਂਟ ਮਿਸਿੰਗ ਹੈ ਐਂਟੀਸੀਡੈਂਟ ਨਹੀਂ ਹੈ ਤਾਂ ਤੁਸੀਂ ਯੂਜ਼ ਕਰੋਗੇ ਵਰਡ ਐਵਰ ਦੇ ਨਾਲ ਐਵਰ ਹੈ ਜਿਹੜਾ ਤੁਹਾਡਾ ਐਡ ਹੋ ਜਾਏਗਾ ਵਰਡਸ ਦੇ ਨਾਲ ਜਿਵੇਂ ਹੂ ਦੇ ਨਾਲ ਆਪਾਂ ਐਡ ਕੀਤਾ ਹੂ ਐਵਰ ਬਣ ਗਿਆ ਹੂ ਐਵਰ ਯੂਜ਼ ਕਰਨਾ ਸਿਮਿਲਰਲੀ ਤੁਹਾਡੇ ਕੋਲੇ ਹੂਮ ਐਵਰ ਹੈ ਹੂਮ ਐਵਰ ਹੈ ਐਵਰ ਵਰਡ ਯੂਜ਼ ਹੋਏਗਾ ਜੇ ਤੁਹਾਡੇ ਕੋਲੇ ਐਂਟੀਸੀਡੈਂਟ ਮਿਸਿੰਗ ਐਂਟੀਸੀਡੈਂਟ ਨਹੀਂ ਹੈ ਬਟ ਜੇ ਐਂਟੀਸੀਡੈਂਟ ਪ੍ਰੈਜ਼ੈਂਟ ਹੈ ਤਾਂ ਤੁਸੀਂ ਯੂਜ਼ ਕਰੋਗੇ ਸਿੰਪਲ ਵਰਡ ਹੂ ਹੂਮ ਬਟ ਵਿਚ ਵੈਨ ਵੇਅਰ ਐਂਡ ਹਾਊ ਦਾ ਹਾਂਜੀ ਇਹ ਕਨਸੈਪਟ ਨੂੰ ਆਪਾਂ ਡਿਸਕਸ ਕਰਦੇ ਹਾਂ ਬਾਈ ਯੂਜ਼ਿੰਗ ਸਮ ਐਗਜ਼ਾਮਪਲਸ ਸੋ ਦੈਟ ਤੁਹਾਨੂੰ ਜਿਹੜਾ ਕਨਸੈਪਟ ਚੰਗੀ ਤਰ੍ਹਾਂ ਜਿਹੜਾ ਹੈਗਾ ਸਮਝ ਆ ਜਾਏ ਹਾਂਜੀ ਤਾਂ 8 ਨੰਬਰ ਕੁਐਸਚਨ ਹੈ ਤੁਹਾਡੇ ਕੋਲ He answered the questions whichever the old man asked. ਹੁਣ ਆਪਣੇ ਕੋਲੇ word use ਕੀਤਾ ਆਪਾਂ whichever ਤੁਹਾਨੂੰ ਕੀ ਚੀਜ਼ ਦੱਸੀ ਸੀ ਕਿ ਤੁਸੀਂ ਚੈੱਕ ਕਰੋਗੇ ਤੁਹਾਨੂੰ ਸੈਂਟੈਂਸ ਦੇ ਵਿੱਚ ਐਂਟੀਸੀਡੈਂਟ ਹੈ ਜਾਂ ਨਹੀਂ ਹੈ ਸੈਂਟੈਂਸ ਦੇ ਵਿੱਚ ਐਂਟੀਸੀਡੈਂਟ ਦਿੱਤਾ ਮਤਲਬ ਜਿਹੜੀ ਚੀਜ਼ ਦੀ ਗੱਲ ਕੀਤੀ ਜਾ ਰਹੀ ਹੈ ਕਿ whichever ਤੋਂ ਜਿਹੜਾ ਵੀ ਵਰਡ ਆਪਾਂ ਯੂਜ਼ ਕੀਤਾ ਐਵਰ ਵਾਲਾ ਉਸ ਤੋਂ ਪਹਿਲਾਂ ਜਿਹੜੇ ਵਰਡ ਦੀ ਆਪਾਂ ਗੱਲ ਕਰ ਰਹੇ ਹਾਂ ਪ੍ਰੈਜ਼ੈਂਟ ਹੈ ਜਾਂ ਨਹੀਂ ਹੈ ਹੁਣ ਇੱਥੇ ਤੁਹਾਡੇ ਕੋਲੇ ਦੇਖੋ he answered the questions ਗੱਲ ਕਿਹਦੀ ਹੋ ਰਹੀ ਹੈ ਕੁਐਸਚਨਸ ਦੀ ਅੱਗੇ ਕੀ ਕੀਤਾ ਯੂਜ਼ ਦਾ 올ਡ ਮੈਨ ਆਸਕਡ ਦਾ 올ਡ ਮੈਨ ਨੇ ਕੀ ਚੀਜ਼ ਪੁੱਛੀ ਹੋਣੀ ਹੈ ਕੁਐਸਚਨ ਪੁੱਛੇ ਹੋਣੇ ਇਟ ਤੁਹਾਡੇ ਕੋਲ ਕੁਐਸਚਨ ਵਰਡ ਹੈ ਜਿਹੜਾ ਇੱਥੇ ਪ੍ਰੈਜ਼ੈਂਟ ਹੈ ਮਤਲਬ ਕਿ ਇਹ ਐਂਟੀਸੀਡੈਂਟ ਹੈ ਜੋ ਕਿ ਤੁਹਾਨੂੰ ਸੈਂਟੈਂਸ ਦੇ ਵਿੱਚ
ਦਿੱਤਾ ਹੋਇਆ ਐਂਟੀਸੀਡੈਂਟ ਪ੍ਰੈਜ਼ੈਂਟ ਹੈ ਤਾਂ ਤੁਸੀਂ ਸਿੰਪਲ ਵਰਡ ਯੂਜ਼ ਕਰੋਗੇ, ਐਵਰ ਦੇ ਨਾਲ ਵਰਡ ਯੂਜ਼ ਨਹੀਂ ਕਰੋਗੇ। ਤਾਂ ਤੁਸੀਂ ਕੁਐਸਚਨ ਦੇ ਵਿੱਚ ਕੀ ਐਰਰ ਫਾਈਂਡ ਆਊਟ ਕੀਤੀ, ਬੀ ਪਾਰਟ ਦੇ ਵਿੱਚ ਐਰਰ ਹੈ। ਐਰਰ ਕੀ ਹੈ, ਜੇ ਤੁਹਾਡੇ ਕੋਲ ਐਂਟੀਸੀਡੈਂਟ ਪ੍ਰੈਜ਼ੈਂਟ ਹੈ ਤਾਂ ਤੁਸੀਂ ਸਿੰਪਲ ਵਰਡਸ ਨੂੰ ਹੀ ਯੂਜ਼ ਕਰਨਾ ਹੈ, ਵਿੱਚ ਵਰਡ ਹੀ ਯੂਜ਼ ਹੋਏਗਾ ਤੇ ਵਿੱਚ ਐਵਰ ਦਾ ਯੂਜ਼ ਨਹੀਂ ਹੋਏਗਾ। ਇਨ ਕੇਸ ਜੇ ਤੁਹਾਡੇ ਕੋਲ ਇਹਦਾ ਕੁਐਸਚਨਸ ਵਰਡ ਹੈ ਜਿਹੜਾ ਐਬਸੈਂਟ ਹੁੰਦਾ, ਸਿੰਪਲ ਤੁਸੀਂ ਸੈਂਟੈਂਸ ਬਣਾਉਂਦੇ ਹੀ ਆਨਸਰ ਵਿਚ ਐਵਰ ਦਾ 올ਡ ਮੈਨ ਆਸਕਡ, ਬਿਕੋਜ਼ ਆਪਣੇ ਕੋਲ ਇਹਦਾ ਕੁਐਸਚਨ ਵਰਡ ਮਿਸਿੰਗ ਹੈ, ਆਪਾਂ ਇੱਥੇ ਇੱਕ ਵਾਰ ਬਣਾ ਹੀ ਲੈਣੇ ਆ। ਹਾਂਜੀ, ਡਿਫਰੈਂਸ ਕੀ ਹੈ ਇਹ ਚੀਜ਼ ਤੁਸੀਂ ਇਸ ਕੁਐਸਚਨ ਤੋਂ ਚੈੱਕ ਕਰ ਹੀ ਸਕਦੇ ਹੋ। 8 ਨੰਬਰ ਕੁਐਸਚਨ ਜਿਹੜਾ ਆਪਾਂ ਡਿਸਕਸ ਕੀਤਾ ਹੈ, ਜੇ ਉਹੀ ਆਪਣੇ ਕੋਲੇ ਸੇਮ ਇਹ ਚੀਜ਼ ਹੁੰਦੀ, ਹੀ ਆਨਸਰਡ ਹੀ ਕੁਐਸਚਨਸ, ਦੀ ਕੁਐਸਚਨਸ ਆਪਣੇ ਕੋਲੇ ਮਿਸਿੰਗ ਹੈ, he answered whichever the old man asked। ਹੁਣ ਇੱਥੇ ਦੇਖੋ ਆਪਣੇ ਕੋਲ ਗੱਲ ਕੀਤੀ ਜਾ ਰਹੀ ਹੈ ਹੀ ਆਨਸਰਡ ਐਂਡ ਦਾ 올ਡ ਮੈਨ ਆਸਕਡ। ਹੁਣ ਆਪਾਂ ਨੂੰ ਇੱਥੇ ਚੀਜ਼ ਕਿਹੜੇ ਵਰਡ ਮਿਸਿੰਗ ਹੈ, ਕਿਹੜੀ ਚੀਜ਼ ਪੁੱਛੀ ਗਈ ਜਾਂ ਕੀ ਚੀਜ਼ ਦਾ ਆਨਸਰ ਦਿੱਤਾ ਗਿਆ, ਉਹ ਆਪਣੇ ਕੋਲ ਪ੍ਰੈਜ਼ੈਂਟ ਹੀ ਨਹੀਂ ਹੈਗੇ। ਤਾਂ ਆਪਾਂ ਵਰਡ ਕੀ ਯੂਜ਼ ਕੀਤਾ, ਵਿੱਚ ਐਵਰ ਦਾ ਯੂਜ਼ ਕੀਤਾ, ਐਵਰ ਵਾਲਾ ਵਰਡ ਹੈ ਜਿਹੜਾ ਇੱਥੇ ਯੂਜ਼ ਕੀਤਾ। ਜੇ ਤੁਹਾਡੇ ਕੋਲ ਐਂਟੀਸੀਡੈਂਟ ਹੈ ਤਾਂ ਤੁਸੀਂ ਸਿੰਪਲ ਵਿੱਚ ਵਰਡ ਯੂਜ਼ ਕੀਤਾ, ਜਿਵੇਂ ਤੁਸੀਂ 8 ਨੰਬਰ ਸੈਂਟੈਂਸ ਦੇ ਵਿੱਚ ਇੱਥੇ ਡਿਸਕਸ ਕੀਤਾ ਹੈ। ਬਟ ਜੇ ਤੁਹਾਡੇ ਕੋਲ ਐਂਟੀਸੀਡੈਂਟ ਮਿਸਿੰਗ ਹੈ ਤਾਂ ਤੁਸੀਂ ਸਿੰਪਲ ਵਿੱਚ ਐਵਰ ਵਰਡ ਯੂਜ਼ ਕਰੋਗੇ, ਵਿੱਚ ਦਾ ਯੂਜ਼ ਨਹੀਂ ਹੋਊਗਾ। ਸੋ ਬੀ ਪਾਰਟ ਦੇ ਵਿੱਚ ਐਰਰ ਸੀ ਤਾਂ ਤੁਸੀਂ ਵਿੱਚ ਹੀ ਯੂਜ਼ ਕਰਾਂਗੇ, ਬਿਕਾਜ਼ ਐਂਟੀਸੀਡੈਂਟ ਇਜ਼ ਪ੍ਰੈਜ਼ੈਂਟ ਹੀਅਰ। ਸੋ 9 ਨੰਬਰ ਸੈਂਟੈਂਸ ਜਿਹੜਾ ਤੁਸੀਂ ਚੈੱਕ ਕਰਨਾ ਹੈ, ਅਗੇਨ ਫਾਈਂਡ ਆਊਟ ਕਰਨੀ ਜੀ ਐਰਰ, ਯੂ ਕੈਨ ਬਾਏ ਵਿਚ ਡਰੈਸ ਯੂ ਵਾਂਟ, ਯੂ ਕੈਨ ਬਾਏ ਵਿਚ ਡਰੈਸ ਯੂ ਵਾਂਟ। ਹੁਣ ਇੱਥੇ ਅਗੇਨ ਚੈੱਕ ਕਰੋ ਵਿਚ ਵਰਡ ਆਪਾਂ ਕਿਹਦੇ ਵਾਸਤੇ ਯੂਜ਼ ਕੀਤਾ, ਯੂ ਕੈਨ ਬਾਏ। ਹੁਣ ਇੱਥੇ ਦੁਬਾਰਾ ਅੱਗੇ ਆਪਾਂ ਨੂੰ ਦਿੱਤਾ ਨਹੀਂ ਹੋਇਆ ਨਾ ਕਿਹੜੀ ਚੀਜ਼ ਬਾਏ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਅੱਗੇ ਤੁਸੀਂ ਯੂਜ਼ ਕਰ ਲਿਆ ਵਰਡ ਵਿੱਚ ਦਾ। ਸੋ ਇਹ ਚੀਜ਼ ਆਪਣੀ ਜਿਹੜੀ ਹੋਗੀ ਇੱਥੇ ਗਲਤ ਹੈ, ਵਿੱਚ ਦਾ ਯੂਜ਼ ਨਹੀਂ ਹੋਏਗਾ, ਵਿੱਚ ਐਵਰ ਦਾ ਯੂਜ਼ ਹੋਏਗਾ, ਵਿਚ ਐਵਰ ਦਾ ਯੂਜ਼ ਹੋਏਗਾ, ਬਿਕਾਜ਼ ਇੱਥੇ ਨਹੀਂ ਦੱਸਿਆ ਹੋਇਆ ਕਿ ਕਿਹੜੀ ਚੀਜ਼ ਬਾਏ ਕਰਨੀ ਹੈ। ਯੂ ਕੈਨ ਬਾਏ ਦ ਡਰੈਸ ਵਿਚ ਡਰੈਸ ਯੂ ਵਾਂਟ, ਤੁਸੀਂ ਸਿੰਪਲ ਇਹ ਚੀਜ਼ ਯੂਜ਼ ਕਰ ਸਕਦੇ ਹੋ, ਜਾਂ ਯੂ ਕੈਨ ਬਾਏ ਦ ਡਰੈਸ ਵਿਚ ਯੂ ਵਾਂਟ। ਇਹ ਸੈਂਟੈਂਸ ਆਪਣਾ ਐਵੇਂ ਸਹੀ ਹੋ ਜਾਣਾ ਸੀ, ਬਟ ਤੁਹਾਡੇ ਕੋਲ ਇੱਥੇ ਬਾਏ ਤੋਂ ਬਾਅਦ ਆ ਜਿਹੜੀ ਚੀਜ਼ ਬਾਏ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਦੈਟ ਇਜ਼ ਐਂਟੀਸੀਡੈਂਟ ਜਿਹੜਾ ਹੈਗਾ ਸੈਂਟੈਂਸ ਦੇ ਵਿੱਚ ਉਹ ਮਿਸਿੰਗ ਹੈ, ਨਹੀਂ ਹੈ ਤਾਂ ਤੁਸੀਂ ਐਵਰ ਵਾਲਾ ਵਰਡ ਹੈ ਜਿਹੜਾ ਯੂਜ਼ ਕਰੋਗੇ, ਤੁਸੀਂ ਵਿੱਚ ਐਵਰ ਦਾ ਯੂਜ਼ ਕਰੋਗੇ, ਵਿੱਚ ਦਾ ਯੂਜ਼ ਇੱਥੇ ਸਿੰਪਲ ਨਹੀਂ ਹੋਏਗਾ। ਬੀ ਪਾਰਟ ਹੈ ਜਿਹੜਾ ਤੁਹਾਡਾ ਐਰਰ ਵਾਲਾ ਹੈ, ਤੁਸੀਂ ਵਿੱਚ ਐਵਰ ਦਾ ਯੂਜ਼ ਕਰਨਾ ਹੈ, ਵਿੱਚ ਦਾ ਯੂਜ਼ ਇੱਥੇ ਨਹੀਂ ਹੋਏਗਾ, ਬਿਕਾਜ਼ ਐਂਟੀਸੀਡੈਂਟ ਇਜ਼ ਮਿਸਿੰਗ ਹੀਅਰ। 8 ਨੰਬਰ ਤੇ 9 ਨੰਬਰ ਸੈਂਟੈਂਸ ਦਾ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ ਕਿ ਐਂਟੀਸੀਡੈਂਟ ਦਾ ਕਿੰਨਾ ਕੁ ਰੋਲ ਹੁੰਦਾ ਆਪਣਾ ਸੈਂਟੈਂਸ ਦੇ ਵਿੱਚ। ਜੇ ਐਂਟੀਸੀਡੈਂਟ ਪ੍ਰੈਜ਼ੈਂਟ ਹੈ ਤਾਂ ਤੁਸੀਂ ਕੰਪਾਊਂਡ ਨਾउन ਵਾਲੇ ਵਰਡ ਨੇ ਜਿਵੇਂ ਵਿੱਚ ਐਵਰ, ਵੈਨ ਐਵਰ, ਹੂਐਵਰ, whoever ਸਾਰੇ ਜਿਹੜੇ ਡਿਸਕਸ ਕੀਤੇ ਆ ਉਹਨਾਂ ਨੂੰ ਵਿਦਆਊਟ ਐਵਰ ਯੂਜ਼ ਕਰੋਗੇ ਜੇ ਐਂਟੀਸੀਡੈਂਟ ਪ੍ਰੈਜ਼ੈਂਟ ਹੈ। ਬਟ ਜੇ ਤੁਹਾਡੇ ਕੋਲ ਐਂਟੀਸੀਡੈਂਟ ਮਿਸਿੰਗ ਹੈ ਤਾਂ ਤੁਸੀਂ ਇਹਨਾਂ ਵਰਡਸ ਨੂੰ ਯੂਜ਼ ਕਰੋਗੇ ਵਿਦ ਐਵਰ ਦੇ ਨਾਲ, ਐਵਰ ਵਰਡ ਜਿਹੜਾ ਨਾਲ ਯੂਜ਼ ਹੋਏਗਾ। ਹਾਂਜੀ, ਤਾਂ ਨੈਕਸਟ ਕੁਐਸਚਨ ਹੈ ਤੁਹਾਡੇ ਕੋਲ 10 ਨੰਬਰ ਕੁਐਸਚਨ, ਤੁਸੀਂ ਫਿਲ ਅਪ ਕਰਨੀ ਹੈ। ਤੁਹਾਡੇ ਕੋਲੇ ਚਾਰ ਆਪਸ਼ਨਸ ਨੇ, ਬਲੈਂਕ ਵਾਂਟਸ ਟੂ ਸਕਸੀਡ, ਮਸਟ ਬਰਨ ਦਾ ਮਿਡਨਾਈਟ ਆਇਲ। ਤਾਂ ਹੁਣ ਤੁਸੀਂ ਇੱਥੇ ਕੀ ਗੱਲ ਯੂਜ਼ ਕਰੋਗੇ, ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਚੈੱਕ ਕਰੋਗੇ ਕਿ ਸੈਂਟੈਂਸ ਦੇ ਵਿੱਚ ਕੀ ਚੀਜ਼ ਮਿਸਿੰਗ ਹੈ, ਆਪਣੇ ਕੋਲ ਸਬਜੈਕਟ ਮਿਸਿੰਗ ਹੈ ਜਾਂ ਫਿਰ ਆਬਜੈਕਟ ਮਿਸਿੰਗ ਹੈ। ਤਾਂ ਤੁਹਾਨੂੰ ਗੱਲ ਕੀਤੀ ਜਾ ਰਹੀ ਹੈ ਬਲੈਂਕ ਵਾਂਟਸ ਟੂ ਸਕਸੀਡ ਮਸਟ ਬਰਨ ਦਾ ਮਿਡਨਾਈਟ ਆਇਲ, ਮਤਲਬ ਸਬਜੈਕਟ ਮਿਸਿੰਗ ਹੈ, ਤੁਹਾਨੂੰ ਸਬਜੈਕਟ ਵਾਲਾ ਵਰਡ ਚਾਹੀਦਾ। ਤੇ ਤੁਹਾਡੇ ਕੋਲੇ ਕਿਹੜੇ ਕਿਹੜੇ ਆਪਸ਼ਨ ਨੇ, ਹੂ ਨਾਲ ਹੈ, ਹੂਮ ਨਾਲ ਹੈ, ਹੂ ਨਾਲ ਹੈ, ਅਗੇਨ ਤੁਹਾਡੇ ਕੋਲੇ ਹੂਮ ਨਾਲ ਆਪਸ਼ਨ ਹੈ। ਤਾਂ ਇਹ ਚੀਜ਼ ਤਾਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੈ ਕਿ ਹੂ ਤੇ ਹੂਮ ਦੇ ਵਿੱਚੋਂ ਕਿਹੜਾ ਵਰਡ ਤੁਹਾਡਾ ਸਬਜੈਕਟ ਫਾਰਮ ਲਈ ਯੂਜ਼ ਕੀਤਾ ਜਾਂਦਾ ਤੇ ਕਿਹੜਾ ਆਬਜੈਕਟ ਫਾਰਮ ਲਈ। ਹਾਂਜੀ, ਹੂ ਵਰਡ ਨੂੰ ਤੁਸੀਂ ਸਬਜੈਕਟ ਫਾਰਮ ਲਈ ਯੂਜ਼ ਕਰਦੇ ਹੋ ਤੇ ਹੂਮ ਵਰਡ ਹੈ ਜਿਹੜਾ ਤੁਸੀਂ ਯੂਜ਼ ਕਰਦੇ ਹੋ ਆਬਜੈਕਟ ਫਾਰਮ ਦੇ ਲਈ। ਤਾਂ ਤੁਹਾਡੇ ਕੋਲੇ ਜਿਹੜੇ ਵੀ ਆਬਜੈਕਟ ਫਾਰਮ ਨੇ ਬੇਸਿਕਲੀ ਤੁਸੀਂ ਉਹਨਾਂ ਨੂੰ ਕੀ ਕਰ ਦੋਗੇ, ਇਗਨੋਰ ਕਰੋਗੇ, ਤੁਹਾਡੇ ਕੋਲੇ ਐਲੀਮੀਨੇਟ ਹੋ ਜਾਣਗੇ ਆਪਸ਼ਨਸ whomsoever ਤੇ whomever। दोनों ऑप्शन ਤੁਹਾਡੀਆਂ ਐਲੀਮੀਨੇਟ ਹੋ ਗਿਆ ਬਿਕਾਜ਼ ਯੂ ਨੀਡ ਸਬਜੈਕਟ ਫਾਰਮ, ਬਟ whomsoever ਤੇ whomever ਹੈ ਜਿਹੜਾ ਇੱਥੇ ਆਬਜੈਕਟ ਫਾਰਮ ਹੈ ਜਿਹੜੀ ਤੁਸੀਂ ਇੱਥੇ ਦਿੱਤੀ ਹੋਈ ਹੈ। ਹਾਂਜੀ, ਤਾਂ ਤੁਸੀਂ ਚੈੱਕ ਕਰਨਾ, ਹੁਣ ਤੁਹਾਡੇ ਕੋਲੇ ਸਿੰਪਲ ਦੋ ਹੀ ਆਪਸ਼ਨ ਰਹਿ ਗਏ, whosoever ਐਂਡ whoever। ਹੁਣ ਕੀ ਯੂਜ਼ ਕਰੋਗੇ, whosoever ਦਾ ਯੂਜ਼ ਕਰੋਗੇ ਜਾਂ whoever ਦਾ ਯੂਜ਼ ਕਰੋਗੇ। ਡਿਫਰੈਂਸ ਕੀ ਹੈ, whoever ਦਾ ਯੂਜ਼ ਕਰੋਗੇ ਬੇਸਿਕਲੀ ਜੇ ਤੁਹਾਡੇ ਕੋਲੇ ਐਂਟੀਸੀਡੈਂਟ ਨਹੀਂ ਹੈਗਾ, ਬਟ ਜੇ ਤੁਹਾਡੇ ਕੋਲੇ ਐਂਟੀਸੀਡੈਂਟ ਤੇ ਤੁਸੀਂ ਨਹੀਂ ਚੈੱਕ ਕਰਨਾ, ਸਿੰਪਲ whosoever ਦਾ ਯੂਜ਼ ਕਿੱਥੇ ਹੋਊਗਾ ਜਿੱਥੇ ਤੁਹਾਡੇ ਕੋਲੇ ਕਿਸੇ ਚੀਜ਼ ਨੂੰ emphasize ਕਰਕੇ ਕਿਹਾ ਜਾ ਰਿਹਾ ਹੈ, ਜੋ ਦੇ ਕੇ ਕੋਈ ਪਰਸਨ ਹੈ ਜਿਹੜਾ ਤੁਹਾਨੂੰ ਕਹਿ, ਜਿਵੇਂ ਹੁਣ ਇੱਥੇ ਦੇਖੋ ਇਸ ਸੈਂਟੈਂਸ ਦੇ ਵਿੱਚ ਕਿਵੇਂ ਵਰਡ ਯੂਜ਼ ਕੀਤਾ ਹੋਇਆ, ਵਰਡ ਯੂਜ਼ ਕੀਤਾ ਹੋਇਆ ਤੁਹਾਡੇ ਕੋਲੇ ਮਸਟ। ਹੁਣ ਮਸਟ ਵਰਡ ਆਪਾਂ ਕਦੋਂ ਯੂਜ਼ ਕਰਦੇ ਹਾਂ, ਜਦੋਂ ਆਪਾਂ ਕਿਸੇ ਚੀਜ਼ ਨੂੰ emphasize ਕਰਕੇ ਕਹਿ ਰਹੇ ਹੋਈਏ। ਸੋ ਤੁਹਾਡੇ ਕੋਲੇ ਵਰਡ ਕਿਹੜਾ ਆਏਗਾ, ਸੋ ਵਾਲਾ ਤੁਸੀਂ ਯੂਜ਼ ਕਰੋਗੇ। ਤਾਂ ਹੁਣ ਇੱਥੇ ਤੁਹਾਡੇ ਕੋਲੇ ਇੱਕੋ ਹੀ ਆਪਸ਼ਨ ਹੈ ਜਿਹੜੀ ਸੋ ਨਾਲ ਯੂਜ਼ ਕੀਤੀ ਹੈ, ਹੋ ਸੋ ਐਵਰ। ਸੋ ਵਰਡ ਜਿਹੜਾ ਇੱਥੇ ਤੁਸੀਂ ਯੂਜ਼ ਕਰੋਗੇ ਹੋ ਸੋ ਐਵਰ।
whosoever wants to succeed must burn the midnight oil। ਤਾਂ ਮੀਨਿੰਗ ਕੀ ਹੈ, ਜਿਹੜੇ ਪਰਸਨ ਵੀ ਮਤਲਬ ਲਾ ਲਓ ਕੋਈ ਸਕਸੈਸ ਹੋਣਾ ਚਾਹੁੰਦੇ ਆ, ਉਹਨਾਂ ਨੂੰ ਜ਼ਰੂਰ ਹੀ ਕੀ ਕਰਨਾ ਚਾਹੀਦਾ ਹੈ, ਸਖਤ ਮਿਹਨਤ ਕਰਨੀ ਚਾਹੀਦੀ ਹੈ। ਮਿਡਨਾਈਟ ਆਇਲ, ਬਰਨ ਦਾ ਮਿਡਨਾਈਟ ਆਇਲ ਦਾ ਮਤਲਬ ਹੁੰਦਾ ਹੈ ਸਖਤ ਮਿਹਨਤ ਕਰਨੀ ਹੈ, ਇੱਕ ਈਡੀਅਮ ਹੈ। ਹਾਂਜੀ, ਤਾਂ ਇੱਥੇ ਤੁਸੀਂ ਯੂਜ਼ ਕੀਤਾ ਵਰਡ ਮਸਟ ਦਾ। ਸੋ ਇੱਥੇ ਤੁਸੀਂ ਕੀ ਕਰੋਗੇ, ਐਮਫਾਸਾਈਜ਼ ਕੀਤਾ ਜਾ ਰਿਹਾ ਹੈ, ਤਾਂ ਸੋ ਵਾਲਾ ਜਿਹੜਾ ਆਪਣੇ ਕੋਲ ਕੰਪਾਊਂਡ ਪ੍ਰਨਾਉਨ ਯੂਜ਼ ਕਰੋ। ਫਿਰ ਮਿਸਿੰਗ ਸਬਜੈਕਟ ਸੀ ਤਾਂ ਸਬਜੈਕਟ ਵੀ ਤੁਸੀਂ who ਦਾ ਯੂਜ਼ ਕਰਦੇ ਹੋ। ਸੋ ਯੂਜ਼ ਕੀਤਾ ਆਪਾਂ who, so, ever। आई थिंक ਤੁਹਾਡਾ ਜਿਹੜਾ ਇਹ ਕਨਸੈਪਟ ਹੋਊਗਾ ਕਲੀਅਰ ਹੋ ਗਿਆ ਹੋਗਾ। ਇੱਕ ਕੁਐਸਚਨ ਇਸੇ ਦੇ ਉੱਤੇ ਆਪਾਂ ਹੋਰ ਡਿਸਕਸ ਕਰਨਾ ਹੈ। ਹਾਂਜੀ, ਲਾਸਟ ਕੁਐਸਚਨ ਹੈ ਜਿਹੜਾ ਆਪਣੀ ਅੱਜ ਦੀ ਕਲਾਸ ਦਾ, ਜੋ ਤੁਸੀਂ ਅੱਜ ਡਿਸਕਸ ਕਰ ਰਹੇ। Okay, 11 number question. As you can see on the screen, now you are self-reliant and free to marry whom you choose। ਹੁਣ ਚੈੱਕ ਕਰੋ ਆਪਣੇ ਕੋਲੇ ਕੀ ਚੀਜ਼ ਯੂਜ਼ ਕੀਤੀ ਹੋਈ ਹੈ। ਪ੍ਰਨਾਉਨ ਜਿਹੜੇ ਆਪਾਂ ਯੂਜ਼ ਕੀਤੇ ਉਹਨਾਂ 'ਚੋਂ ਆਪਣੇ ਕੋਲ ਇੱਥੇ whom word ਦਿੱਤਾ ਹੋਇਆ, ਤੁਸੀਂ whom word ਦਾ ਯੂਜ਼ ਕਰੋਗੇ ਜੇ ਤੁਹਾਡੇ ਕੋਲ ਐਂਟੀਸੀਡੈਂਟ ਪ੍ਰੈਜ਼ੈਂਟ। ਹੁਣ ਇੱਥੇ ਚੈੱਕ ਕਰੋ ਕਿ ਐਂਟੀਸੀਡੈਂਟ ਦਿੱਤਾ ਹੋਇਆ ਨਾਓ ਯੂ ਆਰ ਸੈਲਫ ਰੈਲੀਐਂਟ। ਸੈਲਫ ਰੈਲੀਐਂਟ ਦਾ ਮਤਲਬ ਹੁੰਦਾ ਕੋਈ ਪਰਸਨ ਜਿਹੜਾ ਆਤਮ ਨਿਰਭਰ ਦਾ ਹੋ ਜੇ। ਆਤਮ ਨਿਰਭਰ ਮਤਲਬ ਆਪ ਦਾ ਗੁਜ਼ਾਰਾ ਜਿਹੜਾ ਹੈਗਾ ਉਹ ਆਪ ਕਰ ਸਕਦਾ, ਉਹਨੂੰ ਕਿਸੇ ਦੀ ਲੋੜ ਨਹੀਂ ਹੈਗੀ। ਨਾਓ ਯੂ ਆਰ ਸੈਲਫ ਰੈਲੀਐਂਟ ਐਂਡ ਫ੍ਰੀ ਟੂ ਮੈਰੀ whom ਯੂ ਚੂਜ਼। ਹੁਣ ਆਪਣੇ ਕੋਲ ਸਿੰਪਲ ਵਰਡ ਯੂਜ਼ ਕੀਤਾ ਐਂਡ ਫ੍ਰੀ ਟੂ ਮੈਰੀ। ਹੁਣ ਮੈਰੀ ਤੋਂ ਬਾਅਦ ਵਾਲਾ ਜਿਹੜਾ ਵਰਡ ਕਿਹਦੇ ਨਾਲ ਮੈਰੀ ਕਰਨਾ ਹੈ, ਤਾਂ ਉਹ ਵਾਲੀ ਚੀਜ਼ ਜਿਹੜੀ ਆਪਣੇ ਇੱਥੇ ਮਿਸਿੰਗ ਹੈ, ਮਤਲਬ ਐਂਟੀਸੀਡੈਂਟ ਨਹੀਂ ਹੈ। ਐਂਟੀਸੀਡੈਂਟ ਮਿਸਿੰਗ ਕੇਸ ਦੇ ਵਿੱਚ ਤੁਸੀਂ ਕੀ ਯੂਜ਼ ਕਰਦੇ ਹੋ, ਐਂਟੀਸੀਡੈਂਟ ਮਿਸਿੰਗ ਕੇਸ ਦੇ ਵਿੱਚ ਤੁਸੀਂ ਯੂਜ਼ ਕਰਦੇ ਹੋ ਵਰਡ ਐਵਰ ਦੇ ਨਾਲ। ਜਿਵੇਂ ਹੁਣ ਇੱਥੇ whom ਵਰਡ ਯੂਜ਼ ਕੀਤਾ ਹੋਇਆ, whom ਦੇ ਨਾਲ ਤੁਸੀਂ ਐਵਰ ਯੂਜ਼ ਕਰੋਗੇ ਬਿਕਾਜ਼ देयर इज नो ਐਂਟੀਸੀਡੈਂਟ ਇਨ ਦਿਸ ਸੈਂਟੈਂਸ। ਮੈਰੀ ਤੋਂ ਬਾਅਦ ਤੁਹਾਡੇ ਕੋਲ ਐਂਟੀਸੀਡੈਂਟ ਨਹੀਂ ਹੈ, ਮੈਰੀ ਵਰਡ ਯੂਜ਼ ਕੀਤਾ ਹੋਇਆ ਹੈ, ਬਟ ਮੈਰੀ ਕਿਹਦੇ ਨਾਲ ਕਰਨਾ, ਉਹ ਵਾਲੀ ਚੀਜ਼ ਹੈ ਜਿਹੜੀ ਤੁਹਾਡੇ ਕੋਲ ਇੱਥੇ ਮਿਸਿੰਗ ਹੈ। ਸੋ ਤੁਸੀਂ ਇੱਥੇ whom ਦਾ ਯੂਜ਼ ਨਹੀਂ ਕਰੋਗੇ, ਇੱਥੇ ਯੂਜ਼ ਹੋਏਗਾ whomever ਦਾ, whomever whomever you choose। ਸੋ ਸੀ ਪਾਰਟ ਸੀ ਜਿਹੜਾ ਤੁਹਾਡਾ ਐਰਰ ਸੀ। ਆਈ ਹੋਪ ਤੁਹਾਡਾ ਜਿਹੜਾ ਕਨਸੈਪਟ ਹੈ ਇਹ ਕਲੀਅਰ ਹੋ ਗਿਆ ਹੋਵੇਗਾ ਕਿ ਕਿਵੇਂ ਤੁਸੀਂ ਜਿਹੜੇ ਪ੍ਰਨਾਉਨ ਨੇ ਯੂਜ਼ ਕਰਨੇ ਨੇ, ਕੰਪਾਊਂਡ ਪ੍ਰਨਾਉਨ ਦਾ ਯੂਜ਼ ਕਰਨਾ ਹੈ। ਇੱਕ ਵਾਰ ਅੱਜ ਦੀ ਕਲਾਸ ਦਾ ਰੀਕੈਪ ਲੈਂਦੇ ਹਾਂ, ਦੈਨ ਵੀ ਵਿਲ ਫਿਨਿਸ਼ ਅਵਰ ਟੂਡੇਜ਼ ਟੌਪਿਕ। ਹਾਂਜੀ, ਤੇ ਸਭ ਤੋਂ ਪਹਿਲਾ ਕਨਸੈਪਟ ਜਿਹੜਾ ਆਪਾਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕੀਤਾ ਹੈ, ਦੈਟ ਆਫ ਤੇ ਦੋਜ਼ ਆਫ ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ। ਜੇ ਤੁਹਾਨੂੰ ਦੈਟ ਆਫ ਦਾ ਯੂਜ਼ ਕਰਨਾ ਹੈ ਤਾਂ ਤੁਸੀਂ ਉਹਨੂੰ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕਰੋਗੇ, ਜੇ ਤੁਸੀਂ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰੋਗੇ ਤਾਂ ਤੁਸੀਂ ਦੋਜ਼ ਆਫ ਦਾ ਯੂਜ਼ ਕਰੋਗੇ। ਫॉर ਕੰਪੈਰੀਜ਼ਨ ਆਪਾਂ ਸੈਂਟੈਂਸਸ ਦੀਆਂ ਐਗਜ਼ਾਮਪਲ ਹੈ ਜਿਹੜੀਆਂ ਉਹ ਡਿਸਕਸ ਕੀਤੀਆਂ। ਹਾਂਜੀ, ਤੇ ਨੈਕਸਟ ਕਨਸੈਪਟ ਜਿਹੜਾ ਆਪਾਂ ਅੱਜ ਦੀ ਕਲਾਸ ਵਿੱਚ ਡਿਸਕਸ ਕੀਤਾ ਦੈਟ ਇਜ਼ ਵਨ, ਵਨਸ ਐਂਡ ਵਨ ਸੈਲਫ ਦਾ ਯੂਜ਼। ਵਨ ਦਾ ਯੂਜ਼ ਕੀਤਾ ਜਾਂਦਾ ਹੈ ਫॉर ਸਬਜੈਕਟ ਫਾਰਮ, ਵਨਸ ਦਾ ਫॉर ਪੋਜੈਸਿਵ ਐਡਜੈਕਟਿਵ ਫਾਰਮ ਐਂਡ ਵਨ ਸੈਲਫ ਦਾ ਯੂਜ਼ ਕੀਤਾ ਜਾਂਦਾ ਫॉर ਰਿਫਲੈਕਸਿਵ ਪ੍ਰੋਨਾउन। ਤੁਹਾਨੂੰ ਇਹਦੇ ਨਾਲ ਰਿਲੇਟਡ ਕੁਐਸਚਨ ਹੈ ਜਿਹੜੇ ਆਪਾਂ ਕਰਵਾਏ ਹੈ। ਨੈਕਸਟ ਆਪਾਂ ਜਿਹੜਾ ਟੌਪਿਕ ਡਿਸਕਸ ਕੀਤਾ ਦੈਟ ਇਜ਼ ਯੂਜ਼ ਆਫ ਈਦਰ, ਨੀਦਰ, ਐਨੀ, ਵਨ ਔਰ ਨਨ। ਜਦੋਂ ਵੀ ਤੁਹਾਨੂੰ ਕਿਸੇ ਕਹਿ ਲਓ 1 ਆਊਟ ਆਫ 2 ਦੀ ਗੱਲ ਕੀਤੀ ਜਾ ਰਹੀ ਹੈ ਤਾਂ ਤੁਸੀਂ ਈਦਰ, ਨੀਦਰ ਦੀ ਗੱਲ ਕਰੋਗੇ। ਬਟ ਜੇ ਤੁਹਾਡੇ ਕੋਲ 1 ਆਊਟ ਆਫ ਮੈਨੀ ਦੀ ਸੈਂਸ ਮਾਰੀ ਹੈ ਤਾਂ ਤੁਸੀਂ ਐਨੀ, ਵਨ ਜਾਂ ਨਨ ਦੇ ਵਿੱਚ ਇੱਕ ਵਰਡ ਹੈ ਜਿਹੜਾ ਯੂਜ਼ ਕਰੋਗੇ। ਓਕੇ, ਨੈਕਸਟ ਸੀਗਾ ਕਨਸੈਪਟ ਜਿਹੜਾ ਆਪਾਂ ਯੂਜ਼ ਕੀਤਾ ਸੀ ਈਚ ਆਫ, ਈਦਰ ਆਫ ਤੇ ਨੀਦਰ ਆਫ ਦਾ ਯੂਜ਼। ਜਦੋਂ ਵੀ ਤੁਹਾਨੂੰ ਕਿਤੇ ਸੈਂਟੈਂਸ ਦੇ ਵਿੱਚ ਈਚ ਆਫ, ਈਦਰ ਆਫ ਤੇ ਨੀਦਰ ਆਫ ਦਿਖਦਾ ਹੈ ਤਾਂ ਤੁਸੀਂ ਕੀ ਚੈੱਕ ਕਰੋਗੇ ਕਿ ਉਸ ਤੋਂ ਬਾਅਦ ਯੂਜ਼ ਕੀਤੇ ਹੋਏ ਨਾउन ਜਾਂ ਪ੍ਰੋਨਾउन ਪਲੂਰਲ ਫਾਰਮ ਦੇ ਵਿੱਚ ਹੈ। ਜੇ ਉਹ ਪਲੂਰਲ ਫਾਰਮ ਦੇ ਵਿੱਚ ਮਿਲਦੇ ਆ ਤਾਂ ਤੁਸੀਂ ਅਗੇਨ ਸੈਕਿੰਡ ਚੀਜ਼ ਕੀ ਚੈੱਕ ਕਰਨੀ ਹੈ ਕਿ ਵਰਬ ਹੈ ਜਿਹੜੀ ਤੁਹਾਡੀ ਸਿੰਗੂਲਰ ਯੂਜ਼ ਕੀਤੀ ਹੈ। ਜੇ ਇਹ ਵਾਲਾ ਆਪਣੇ ਕੋਲੇ ਸਟਰਕਚਰ ਫੋਲੋ ਹੋ ਗਿਆ ਇਟ ਮੀਨਸ ਸੈਂਟੈਂਸ ਦੇ ਵਿੱਚ ਕੋਈ ਐਰਰ ਨਹੀਂ। ਬਟ ਜੇ ਤੁਹਾਡੇ ਕੋਲ ਇਹ ਸਟਰਕਚਰ ਹੈ ਜਿਹੜੀ ਫੋਲੋ ਨਹੀਂ ਹੋ ਰਹੀ, ਫॉर ਐਗਜ਼ਾਮਪਲ ਤੁਹਾਡੇ ਕੋਲ ਈਚ ਆਫ, ਈਦਰ ਆਫ ਦਾ ਯੂਜ਼ ਕੀਤਾ ਹੈ, ਅੱਗੇ ਜਿਹੜਾ ਨਾउन ਪ੍ਰੋਨਾउन ਹੈ ਉਹ ਸਿੰਗੂਲਰ ਯੂਜ਼ ਕੀਤਾ ਹੈ ਤਾਂ ਉਹ ਚੀਜ਼ ਆਪਣੀ ਐਰਰ ਹੋ ਜਾਏਗੀ। ਜੇ ਤੁਹਾਡੇ ਕੋਲ ਪਲੂਰਲ ਹੀ ਯੂਜ਼ ਕੀਤਾ ਤੇ ਵਰਬ ਪਲੂਰਲ ਫਾਰਮ ਦੇ ਵਿੱਚ ਯੂਜ਼ ਕੀਤੀ ਹੋਈ ਹੈ ਤਾਂ ਤੁਹਾਡਾ ਇਹ ਚੀਜ਼ ਹੈ ਜਿਹੜੀ ਉਹ ਐਰਰ ਹੋ ਜਾਏਗੀ। ਵਰਬ ਦੀ ਐਰਰ ਹੋ ਸਕਦੀ ਹੈ, ਨਾउन ਪ੍ਰੋਨਾउन ਦੀ ਐਰਰ ਹੋ ਸਕਦੀ ਹੈ। ਚੈੱਕ ਕੀ ਕਰੋਗੇ ਕਿ ਈਚ ਆਫ, ਈਦਰ ਆਫ, ਨੀਦਰ ਆਫ ਦੇ ਕੇਸ ਦੇ ਵਿੱਚ ਤੁਹਾਡੇ ਕੋਲ ਪਲੂਰਲ ਪ੍ਰੋਨਾउन ਜਾਂ ਨਾउन ਯੂਜ਼ ਹੋਊਗਾ ਤੇ ਸਿੰਗੂਲਰ ਵਰਬ ਹੈ ਜਿਹੜੀ ਤੁਸੀਂ ਯੂਜ਼ ਕਰਨੀ ਹੈ। ਨੈਕਸਟ ਕਨਸੈਪਟ ਜਿਹੜਾ ਆਪਾਂ ਕੀਤਾ ਸੀਗਾ ਉਸ ਦੇ ਕੰਪਾਊਂਡ ਪ੍ਰਨਾउन ਦਾ, ਤਾਂ ਆਪਾਂ whomever, whoever, whatever, whichever, whenever, wherever ਤੇ however ਦਾ ਯੂਜ਼ ਦੇਖਿਆ ਕਿ ਕਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਯੂਜ਼ ਕਰਨਾ ਹੈ। ਨੈਕਸਟ ਆਪਾਂ ਡਿਸਕਸ ਕੀਤਾ ਸੀ ਕਿ ਜੇ ਇਹਨਾਂ ਵਰਡਸ ਨੂੰ ਆਪਾਂ ਐਮਫਾਸਾਈਜ਼ ਕਰਕੇ ਜਿਵੇਂ ਮਸਟ ਵਰਡ ਯੂਜ਼ ਕਰਕੇ ਆਪਾਂ ਕਿਸੇ ਨੂੰ ਕੁਝ ਕਰਨ ਲਈ ਕਹਿ ਰਹੇ ਹਾਂ ਤਾਂ ਤੁਸੀਂ ਕਿਵੇਂ ਯੂਜ਼ ਕਰੋਗੇ whosoever ਵਾਲੇ ਵਰਡ, whomsoever, whatsoever, ਸੋ ਵਾਲੇ ਵਰਡ ਹੈ ਜਿਹੜੇ ਤੁਸੀਂ ਐਡ ਕਰ ਦੋ। ਨੈਕਸਟ ਦੇਖਿਆ ਸੀ ਕਿ whoever, whomever, whichever, whatever ਇਹਨਾਂ ਦਾ ਮੀਨਿੰਗ ਕੀ ਹੈ। ਜਦੋਂ ਤੁਹਾਡੇ ਕੋਲੇ ਐਂਟੀਸੀਡੈਂਟ ਨਹੀਂ ਹੈ, ਸੈਂਟੈਂਸ ਦੇ ਵਿੱਚ ਐਂਟੀਸੀਡੈਂਟ ਮਿਸਿੰਗ ਹੈ, ਮਤਲਬ ਜਿਹੜੀ ਚੀਜ਼ ਦੀ ਗੱਲ ਹੋ ਰਹੀ ਹੈ ਉਹ ਚੀਜ਼ ਤੁਹਾਡੀ ਸੈਂਟੈਂਸ ਦੇ ਵਿੱਚ ਮਿਸਿੰਗ ਹੈ ਤਾਂ ਤੁਸੀਂ ਐਵਰ ਵਾਲੇ ਵਰਡਸ ਨੂੰ ਯੂਜ਼ ਕਰੋਗੇ। ਬਟ ਜੇ ਤੁਹਾਡੇ ਕੋਲ ਉਹ ਚੀਜ਼ ਪ੍ਰੈਜ਼ੈਂਟ ਹੈ ਤਾਂ ਤੁਸੀਂ ਸਿੰਪਲ ਵਰਡ who, whom, which, what, how ਇਹਨਾਂ ਦਾ ਯੂਜ਼ ਹੈ ਜਿਹੜਾ ਉਹ ਕਰ ਸਕਦੇ ਹੋ। ਇਹ ਸੀ ਤੁਹਾਡਾ ਲਾਸਟ ਕਨਸੈਪਟ ਜਿਹੜਾ ਆਪਾਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕੀਤਾ, ਪਲੱਸ ਆਪਾਂ ਪ੍ਰੈਕਟਿਸ ਹੈ ਜਿਹੜੀ ਕੁਐਸਚਨਸ ਦੀ ਕਰ ਰਹੀ ਹੈ। ਹਾਂਜੀ, ਤਾਂ ਇੱਥੇ ਆਪਾਂ ਅੱਜ ਦੀ ਕਲਾਸ ਹੈ ਜਿਹੜੀ ਓਵਰ ਕਰਦੇ ਹਾਂ। ਕਲਾਸ ਥੋੜੀ ਜਿਹੀ ਛੋਟੀ ਹੈ ਤਾਂ ਟਰਾਈ ਕਰਨਾ ਬਿਕਾਜ਼ ਕਨਸੈਪਟ ਹੈ ਜਿਹੜੇ ਉਹ ਬਹੁਤ ਇੰਪੋਰਟੈਂਟ ਨੇ, ਇਹਨਾਂ ਨੂੰ ਤੁਸੀਂ ਚੰਗੇ ਤਰੀਕੇ ਨਾਲ ਜਿਹੜਾ ਉਹ ਸਮਝ ਲੈਣਾ। ਨੈਕਸਟ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪ੍ਰਨਾਉਨ ਨਾਲ ਰਿਲੇਟਡ ਕੁਝ ਹੋਰ ਇੰਪੋਰਟੈਂਟ ਟੌਪਿਕਸ, ਦੈਨ ਵੀ ਵਿਲ ਫਿਨਿਸ਼ ਆਵਰ ਟੌਪਿਕ ਪ੍ਰਨਾਉਨ। ਐਂਡ ਇੱਕ ਕਲਾਸ ਹੈ ਜਿਹੜੀ ਤੁਹਾਡੀ ਆਪਾਂ ਪ੍ਰੈਕਟਿਸ ਪ੍ਰਨਾਉਨ ਦੇ ਉੱਤੇ ਰੱਖਾਂਗੇ ਸੋ ਦੈਟ ਤੁਹਾਡੇ ਜਿੰਨੇ ਵੀ ਕਨਸੈਪਟ ਆਪਾਂ
ਪ੍ਰੋਨਾਊਨ ਦੀ ਕਲਾਸ ਦੇ ਵਿੱਚ ਡਿਸਕਸ ਕੀਤੇ ਹੈ, ਉਹ ਸਾਰੇ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੇ